ਨਾ ਸੰਗਤ ਗੁਰਾਂ ਦੀ। ਪੜੋ ਭੈਣਾ ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ। ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ। ਬੋਲੋ ਸਾਰੇ। ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ। ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ। ਮਿਲਦੀ ਨਾ ਸੰਗਤ ਗੁਰਾਂ ਦੀ, ਮਿਲਦੀ ਨਾ ਸੰਗਤ ਗੁਰਾਂ ਦੀ। ਮਿਲਦੀ ਨਾ ਸੰਗਤ ਗੁਰਾਂ ਦੀ। ਕਰਮਾਂ ਤੋਂ ਗੀਣਿਆਂ ਨੂੰ ਵਾਵਾ ਮਿਲਦੀ ਨਾ ਸੰਗਤ ਗੁਰਾਂ ਦੀ, ਭਾਗਾਂ ਤੋਂ ਗੀਣਿਆਂ ਨੂੰ ਮਿਲਦੀ ਨਾ ਸੰਗਤ ਗੁਰਾਂ ਦੀ। ਭਾਗਾਂ ਤੇ ਗਿਣਿਆਂ ਨੂੰ ਮਿਲਦੀ ਨਾ ਸੰਗਤ ਗੁਰਾਂ ਦੀ। ਭਾਗਾਂ ਤੇ ਗਿਣਿਆਂ ਨੂੰ ਮਿਲਦੀ ਨਾ ਸੰਗਤ ਗੁਰਾਂ ਦੀ। ਮਿਲਦੀ ਨਾ ਸੰਗਤ ਗੁਰਾਂ ਦੀ। ਭਾਗਾਂ ਤੇ ਗਿਣਿਆਂ ਨੂੰ ਮਿਲਦੀ ਨਾ ਸੰਗਤ ਗੁਰਾਂ ਦੀ। ਭਾਗਾਂ ਵਾਲੇ ਸੰਗਤ ਕਰਦੇ ਸਤਿਗੁਰ ਪਿਆਰੇ ਦੀ, ਜਿਸ ਤੇ ਹੋ ਜਾਏ ਕਿਰਪਾ ਲੋੜ ਕੀ ਹੋਰ ਦੁਆਰੇ ਦੀ। ਸਾਸ ਸਾਸ ਨਾਲ ਪੜਦਾ ਹਰਦਮ ਬਾਣੀ ਸਤਿਗੁਰ ਦੀ, ਸੰਗਤ ਦੇ ਵਿੱਚ ਆ ਕੇ ਰੰਗ ਮਜੀਠੀ ਚੜ੍ਹਦਾ ਜੀ। ਇਹ ਗੁਰਾਂ ਦੀ ਸੰਗਤ ਆ ਗੁਰਮੁਖ ਪਿਆਰਿਓ। ਇੱਕ ਖੱਤਰੀ ਸੀ, ਖੱਤਰੀ ਨਗਰ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਦੇ ਬਾਹਰ ਇੱਕ ਕੱਚੇ ਜੇ ਕੋਠੇ ਦੇ ਵਿੱਚ ਭਾਈ ਬਾਲਾ ਤੇ ਮਰਦਾਨਾ ਜੀ ਆ ਕੇ ਵਿਰਾਜਮਾਨ ਹੋ ਗਏ। ਜਿੱਥੇ ਜਾਏ ਬਹੀ ਮੇਰਾ ਸਤਿਗੁਰੂ। ਇਹ ਖੱਤਰੀ ਨੂੰ ਪਤਾ ਲੱਗਿਆ ਕਿ ਇੱਥੇ ਸਤਸੰਗ ਹੁੰਦਾ, ਕੀਰਤਨ ਹੁੰਦਾ ਰੋਜ਼। ਤੇ ਸਾਧ ਸੰਗਤ ਹੀ ਇਹਨੇ ਰੋਜ਼ ਜਾਣਾ ਸ਼ੁਰੂ ਕਰ ਦਿੱਤਾ। ਰੋਜ਼ ਸਤ ਸੰਗਤ ਕਰਨੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਕਰਨਾ। ਤੇ ਇੱਕ ਦਿਨ ਇੱਕ ਦੁਕਾਨਦਾਰ ਪੁੱਛਣ ਲੱਗਿਆ, ਕਹਿੰਦਾ ਭਾਈ ਸਾਹਿਬ ਜੀ ਤੁਸੀਂ ਕਿੱਥੇ ਜਾਂਦੇ ਹੋ? ਕਹਿੰਦੇ ਇੱਕ ਸਾਧੂ ਆਏ ਨੇ, ਫਕੀਰ, ਰੱਬ ਦੇ ਪਿਆਰੇ, ਉਹ ਬੜਾ ਸੋਹਣਾ ਕੀਰਤਨ ਕਰਦੇ ਨੇ। ਹਰ ਕੀਆਂ ਕਥਾ ਕਹਾਣੀਆਂ ਸੁਣ ਮੀਤ ਸੁਣਾਈਆਂ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਵਾਕਾਂ ਅਨੁਸਾਰ ਕੀਰਤਨ ਕਰਦੇ ਨੇ। ਮੇਰਾ ਬੜਾ ਮਨ ਲੱਗਦਾ, ਮੈਂ ਉੱਥੇ ਮਹਾਂਪੁਰਸ਼ਾਂ ਦਾ, ਸਾਧੂਆਂ ਦਾ, ਫਕੀਰਾਂ ਦਾ ਕੀਰਤਨ ਸੁਣਦਾ। ਕਹਿੰਦਾ ਵੀ ਸਵੇਰ ਹੋਵੇਗੀ ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਕਹਿੰਦਾ ਵੀ ਜਦੋਂ ਟਾਈਮ ਹੋ ਗਿਆ ਨਾ ਅੱਜ ਹੀ ਜ਼ਰੂਰ। ਪੱਕ ਡੰਡੀਆਂ ਹੁੰਦੀਆਂ ਸਨ ਗੁਰਮੁਖ ਪਿਆਰਿਓ। ਜਿਹੜਾ ਖੱਤਰੀ ਸੀ ਉਹ ਸੰਗਤ ਦੇ ਵਿੱਚ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਕਰਦੇ ਹੁੰਦੇ ਸਨ, ਉਧਰ ਚਲੇ ਗਏ। ਤੇ ਜਿਹੜਾ ਦੁਕਾਨਦਾਰ ਸੀ ਨਾ ਸਾਧ ਸੰਗਤ ਜੀ, ਇਹ ਦੂਜੇ ਪਾਸੇ ਨੂੰ ਚਲੇ ਗਏ। ਇੱਕ ਪਾਸੇ ਨੂੰ ਸੰਗਤ ਦੇ ਵਿੱਚ ਖੱਤਰੀ ਚਲੇ ਗਏ ਵਿਚਾਰਾ, ਦੂਜੇ ਪਾਸੇ ਦੁਕਾਨਦਾਰ। ਤੇ ਉਹਨੂੰ ਕਿਹੜੀ ਸੰਗਤ ਮਿਲੀ? ਕੁਸੰਗਤ ਦੇ ਵਿੱਚ ਬਹਿ ਗਿਆ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ। ਬਾਸਨ ਕਾਰੋ ਸੀਆ ਉਹ ਲੱਗੈ ਦਾਗ। ਕਹਿੰਦੇ ਜੇ ਕੁਸੰਗਤ ਮਿਲ ਜਾਵੇ ਨਾ ਬਹੁਤ ਵੱਡਾ ਦਾਗ ਲੱਗ ਜਾਂਦਾ। ਚਿੱਟੇ ਕੱਪੜੇ ਨੂੰ ਕਿਤੇ ਸਾਧ ਸੰਗਤ ਜੀ ਚੱਕੀ ਜਾਵੇ, ਕਾਲਾ ਭਾਂਡਾ ਉੱਡ ਕੇ ਲੱਗ ਜਾਵੇ ਨਾ, ਤੇ ਗੁਰਮੁਖ ਪਿਆਰਿਓ ਕਾਲਾ ਹੋ ਜਾਂਦਾ, ਦਾਗ ਲੱਗ ਜਾਂਦਾ।
ਇਸੇ ਤਰ੍ਹਾਂ ਇਹ ਉਹ ਸੰਗਤ ਦੇ ਵਿੱਚ ਚਲੇ ਗਿਆ, ਉੱਥੇ ਕੁਸੰਗਤ ਦੀਆਂ ਗੱਲਾਂ ਸੁਣਨ ਲੱਗ ਪਿਆ। ਤੇ ਜਿਹੜਾ ਖੱਤਰੀ ਸੀ ਗੁਰਮੁਖ ਪਿਆਰਿਓ ਸੰਗਤ ਦੇ ਵਿੱਚੋਂ ਆਇਆ ਤੇ ਕਹਿੰਦੇ ਭਾਈ ਸਾਹਿਬ ਤੁਸੀਂ ਕਿੱਧਰ ਚਲੇ ਗਏ? ਤੇ ਕਹਿੰਦਾ ਵੀ ਮੈਂ ਤਾਂ ਗੁਰੂ ਦੀ ਸੰਗਤ ਦੇ ਵਿੱਚ ਚਲੇ ਗਿਆ। ਕਹਿੰਦਾ ਵੀ ਮੈਂ ਇੱਧਰ ਜਿਹੜੀ ਸੰਗਤ ਆ ਉਹਦੇ ਵਿੱਚ ਮੈਨੂੰ ਬੜਾ ਆਨੰਦ ਆਇਆ। ਸਵੇਰ ਹੋਈ ਉਸੇ ਤਰ੍ਹਾਂ ਫੇਰ ਗਏ ਤੇ ਗੁਰਮੁਖ ਪਿਆਰਿਓ ਜਿਹੜਾ ਸੰਗਤ ਦੇ ਵਿੱਚ ਗਿਆ ਨਾ, ਉਹਦੇ ਵਿਚਾਰੇ ਦੇ ਪੈਰ ਦੇ ਵਿੱਚ ਕੰਡਾ ਲੱਗਿਆ। ਇਹ ਪਹਿਲਾਂ ਚਲੇ ਗਿਆ ਸੀ ਦੁਕਾਨਦਾਰ, ਇਹਨੇ ਧਰਤੀ ਖੋਦਣੀ ਸ਼ੁਰੂ ਕਰ ਦਿੱਤੀ। ਇਹਨੂੰ ਸੋਨੇ ਦੀ ਮੋਹਰ ਲੱਭਿਆ ਹੀ, ਇਹਨੇ ਹੋਰ ਧਰਤੀ ਪੱਟਣੀ ਸ਼ੁਰੂ ਕਰ ਦਿੱਤੀ। ਪੱਟਦੇ ਪੱਟਦੇ ਗੁਰਮੁਖ ਪਿਆਰਿਓ ਇੱਕ ਕੋਲਿਆਂ ਦਾ ਭਰਿਆ ਮਟਕਾ ਉਹ ਨਿਕਲਿਆ। ਖੱਤਰੀ ਆਇਆ ਸੰਗਤ ਕਰਕੇ, ਕਹਿੰਦਾ ਭਾਈ ਸਾਹਿਬ ਮੇਰੇ ਪੈਰ ਵਿੱਚ ਤਾਂ ਕੰਡਾ ਲੱਗਿਆ। ਕਹਿੰਦਾ ਵੀ ਤੇਰੇ ਪਾਲੇ ਪਾਸੇ ਜਾਣ ਤੇ ਕੰਡਾ ਲੱਗਦਾ, ਕੰਡੇ ਚੁੱਭਦੇ ਨੇ, ਤੇ ਮੇਰੇ ਪਾਸੇ ਸੋਨੇ ਦੀਆਂ ਮੋਹਰਾਂ ਮਿਲਦੀਆਂ। ਦੋਨਾਂ ਬਾਦ ਵਿਵਾਦ ਖੜਾ ਹੋ ਗਿਆ। ਕਹਿੰਦੇ ਵੀ ਚਲੋ ਏਦਾਂ ਕਰਦੇ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ, ਚਲੋ ਆਪਾਂ ਉਹਨਾਂ ਨੂੰ ਪੁੱਛ ਲੈਂਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਗਏ। ਕਹਿੰਦੇ ਭਾਈ ਦੁਕਾਨਦਾਰ ਨੂੰ ਕਹਿੰਦੇ ਕੋਈ ਸਮਾਂ ਸੀ ਤਾਂ ਇੱਕੋ ਮੋਹਰ ਦਾਨ ਕੀਤੀ ਸੀ ਕਿਸੇ ਸਮੇਂ, ਇੱਕੋ ਮੋਹਰ, ਤੇ ਕੋਲੇ ਬਣਨੇ ਸ਼ੁਰੂ ਹੋ ਗਏ ਜਦੋਂ ਤੂੰ ਸੰਗਤ ਦੇ ਵਿੱਚ ਕੁਸੰਗਤ ਦੇ ਵਿੱਚ ਆਉਣਾ ਸ਼ੁਰੂ ਕੀਤਾ। ਕੋਲੇ ਬਣਨੇ ਸ਼ੁਰੂ ਹੋ ਗਏ, ਮਟਕਾ ਭਰ ਗਿਆ। ਤੇ ਸਾਧ ਸੰਗਤ ਖੱਤਰੀ ਨੂੰ ਮਹਾਰਾਜ ਕਹਿਣ ਲੱਗੇ ਭਾਈ ਤੈਂ ਪਿਛਲੇ ਕਰਮਾਂ ਦੇ ਵਿੱਚ ਕੋਈ ਐਸਾ ਕਰਮ ਕੀਤਾ ਜਦੋਂ ਤੂੰ ਸੰਗਤ ਦੇ ਵਿੱਚ ਆਉਣਾ ਸ਼ੁਰੂ ਕੀਤਾ ਤੇ ਤੈਂ ਸੋਲੀ ਚੜ ਜਾਣਾ ਸੀ, ਪਰ ਅੱਜ ਸੋਲ ਲੱਗ ਕੇ ਸਰ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਦਾ ਬਹੁਤ ਵੱਡਾ ਫਾੜਾ ਗੁਰਮੁਖ ਪਿਆਰਿਓ। ਆਓ ਉਹ ਸਮੇਂ ਤਖਤ ਤੇ ਬਾਬਰ ਵਰਗੇ, ਮਹਿਲੋ ਲੋਧੀ ਵਰਗੇ, ਹੁਮਾਊਂ ਵਰਗੇ ਸਾਧ ਸੰਗਤ ਜੀ ਰਾਜ ਕਰ ਰਹੇ ਸਨ। ਪਰਜਾ ਬੜੀ ਦੁਖੀ ਸੀ। ਸਾਰਿਆਂ ਨੇ ਰਲ ਮਿਲ ਕੇ ਧਰਤੀ ਨੇ ਪੁਕਾਰ ਕੀਤੀ, ਬੇਬੇ ਨਾਨਕੀ ਨੇ ਪੁਕਾਰ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਕੋਈ ਗੁਰੂ ਅਵਤਾਰ ਪੀਰ ਪੈਗੰਬਰ ਭੇਜੋ ਤਾਂ ਕਿ ਧਰਤੀ ਦੇ ਜਿਹੜਾ ਪਾਪ ਹੈ ਉਹ ਦੂਰ ਹੋ ਜਾਵੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਤੇ ਸਾਧ ਸੰਗਤ ਜੀ ਪਾਪਾਂ ਦੀ ਧੁੰਦ ਮਿਟ ਗਈ ਜਦੋਂ ਨਨਕਾਣੇ ਰੱਬੀ ਜੋਤ ਜਗੀ। ਆਇਆ ਸਤਿਗੁਰੂ ਨਾਨਕ ਜਗ ਤਾਰਨੇ ਨੂੰ, ਆਇਆ ਸਤਿਗੁਰੂ ਨਾਨਕ ਜੀ ਜਗ ਤਾਰਨੇ ਨੂੰ, ਆਇਆ ਸਤਿਗੁਰੂ ਨਾਨਕ ਜਗ ਤਾਰਨੇ ਨੂੰ, ਆਇਆ ਸਤਿਗੁਰੂ ਨਾਨਕ ਜੀ ਜਗ ਤਾਰਨੇ ਨੂੰ ਆਇਆ। ਜਗ ਤਾਰਨੇ, ਜਗ ਤਾਰਨੇ ਨੂੰ, 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 ਜਗ ਤਾਰਨੇ ਨੂੰ ਆਇਆ ਬਾਬਾ ਸਤਿਗੁਰੂ ਨਾਨਕ ਜਗ ਤਾਰਨੇ, ਆਇਆ ਸਤਿਗੁਰੂ ਨਾਨਕ ਜੀ ਜਗ ਤਾਰਨੇ ਨੂੰ, ਆਇਆ ਸਤਿਗੁਰੂ ਨਾਨਕ ਜੀ ਜਗ ਤਾਰਨੇ ਤਾਰਨੇ ਨੂੰ, ਆਇਆ ਸਤਿਗੁਰੂ ਨਾਨਕ
ਰਾਜੇ ਪਾਪ ਕਮਾਮ ਦੇ, ਉਲਟੀ ਬਾੜ ਖੇਤ ਕੋ ਖਾਈ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਕੋੜ ਅਮਾਵਸ ਸੱਚ ਚੰਦਰਮਾ, ਦੀਸਾ ਨਾਹੀ ਕਹਿ ਚੜਿਆ। ਹਉ ਭਾਲ ਬਕੁਨੀ ਹੋਈ, ਅਧੇਰੇ ਰਾਉ ਨਾ ਕੋਈ। ਵਿੱਚ ਹਉਮੈ ਕਰ ਦੁਖ ਰੋਈ। ਕਹੋ ਨਾਨਕ ਕਿਤ ਬਿਦ ਗਤ ਹੋਈ। ਗੁਰਮੁਖ ਪਿਆਰਿਓ, ਉਸ ਸਮੇਂ ਰਾਜੇ ਵੀ ਪਾਪ ਕਮਾ ਰਹੇ ਸਨ। ਨਨਕਾਣੇ ਦੀ ਧਰਤੀ ਧਨਤਾ ਦੇ ਜੋਗ ਹੈ, ਜਿੱਥੇ ਮੇਰੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਧਨ ਧਰਤੀ ਨਨਕਾਣੇ ਦੀ, ਧਨ ਧਰਤੀ ਨਨਕਾਣੇ ਦੀ, ਧਨ ਧਰਤੀ ਨਨਕਾਣੇ ਦੀ, ਧਨ ਧਰਤੀ ਨਨਕਾਣੇ ਦੀ। ਧਨ ਧਰਤੀ ਨਨਕਾਣੇ ਦੀ, ਧਨ ਧਰਤੀ ਬਈ ਨਨਕਾਣੇ ਦੀ। ਜਿੱਥੇ ਸਤਿਗੁਰ ਨਾਨਕ ਆਏ, ਜਿੱਥੇ ਸਤਿਗੁਰ ਨਾਨਕ ਆਏ। ਧਨ ਧਰਤੀ ਨਨਕਾਣੇ ਦੀ, ਧਨ ਧਰਤੀ ਨਨਕਾਣੇ ਦੀ। ਜਿੱਥੇ ਸਤਿਗੁਰ ਨਾਨਕ ਆਏ, ਜਿੱਥੇ ਸਤਿਗੁਰ ਨਾਨਕ ਆਏ। ਧਨ ਧਰਤੀ ਨਨਕਾਣੇ ਦੀ, ਧਰਤੀ ਨਨਕਾਣੇ ਰੱਬ ਨਾਨਕ ਬਣ ਕੇ ਆ ਗਿਆ। ਦਰਸ਼ਨ ਕਰ ਲੋ ਭਾਗਾਂ ਵਾਲੇ। ਰੱਬ ਨਾਨਕ ਬਣ ਕੇ ਆ ਗਿਆ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਰੱਬ ਨਾਨਕ ਬਣ ਕੇ ਆ ਗਿਆ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਨਾਨਕ ਬਣ ਕੇ ਆ ਗਿਆ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਪੜੋ ਭੈਣਾ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਓ ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਓ ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਕਰਮਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਇਹ ਤਾਂ ਜੋਤ ਨਰੰਜਣੀ ਆਈ ਹੈ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਰੰਜਣੀ ਆਈ ਹੈ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਿਰੰਜਨੀ ਆਈ ਹੈ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਿਰੰਜਨੀ ਆਈ ਹੈ।
ਕਿਰਪਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨੇਤੀ ਸੁਣ ਭਰਾਮੇ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ। ਕਰਮਾਂ ਵਾਲਿਆਂ ਨੇ ਗੁਰਮੁਖ ਪਿਆਰਿਓ ਦਰਸ਼ਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਲੱਖਾਂ ਹੀ ਕਰੋੜਾਂ ਹੀ ਸਾਧ ਸੰਗਤ ਜੀ ਪਾਪੀ ਇਹ ਜਿਹੜੇ ਉਹ ਸਾਰੇ ਤਰ ਗਏ ਮਹਾਰਾਜ ਦੇ ਦਰਸ਼ਨ ਕਰਕੇ। ਪਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ, ਭੈਣ ਨਾਨਕੀ ਤੇ ਸਾਧ ਸੰਗਤ ਕਿੰਨੇ ਪੁੰਨਦਾਨ ਕੀਤੇ, ਕਿੰਨੀਆਂ ਰਸਤਾਂ ਬਸਤਾਂ, ਮਠਿਆਈਆਂ, ਮਾਇਆ, ਬਸਤਰ ਗੁਰਮੁਖ ਪਿਆਰਿਓ ਭੇਟ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਸੇ ਤਰ੍ਹਾਂ ਸਾਧ ਸੰਗਤ ਹੁਣ ਆਪਾਂ ਨੇ ਜਿਹੜਾ ਬਚਪਨ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਜਦੋਂ ਤੋਂ ਪ੍ਰਕਾਸ਼ ਹੋਇਆ ਮਹਾਰਾਜ ਦਾ, ਉਹ ਆਪਾਂ ਨੇ ਸਾਰਾ ਸੁਣਿਆ। ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ। ਆਸਾ ਹੱਥ ਕਿਤਾਬ ਊਂਜਾ ਬਾਂਗਾ ਮਸੂਮ ਧਾਰੀ। ਹੱਥ ਦੇ ਵਿੱਚ ਸੋਟਾ ਤੇ ਗੁਰਮੁਖ ਪਿਆਰਿਓ ਕੱਛ ਦੇ ਵਿੱਚ ਕਿਤਾਬ। ਨੀਲੇ ਵਸਤਰ ਪਾ ਕੇ ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਉਦਾਸੀ ਤੇ ਨਿਕਲੇ। ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਵੱਡਾ ਸਾਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਲੋਈ। ਸਾਧ ਸੰਗਤ ਜੀ ਕਹਿੰਦੇ ਚੰਗੇ ਕਰਮਾਂ ਕਰਕੇ ਆਪਾਂ ਗੁਰਮੁਖ ਪਿਆਰਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਜੇ ਕਰਮ ਨਹੀਂ ਚੰਗੇ ਫਿਰ ਸਾਰਿਆਂ ਤੋਂ ਮਾੜੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਆਖਿਆ ਸੀ ਮਹਾਰਾਜ ਨੇ? ਨਾ ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਨਾ ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਨਾ ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਨਾ ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਨਾ ਮੁਸਲਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਮਾਨ ਜੀ ਨਾ ਕੋਈ ਹਿੰਦੂ, ਨਾ ਕੋਈ ਹਿੰਦੂ। ਬਾਬਾ ਆਖੇ ਖਾਜੀਆਂ, ਬਾਬਾ ਆਖੇ ਖਾਜੀਆਂ। ਬਾਬਾ ਆਖੇ ਖਾਜੀਆਂ, ਬਾਬਾ ਆਖੇ ਖਾਜੀਆਂ। शुभ अमला बाजो तो मेरो शुभ, बाजो तो मेरो शुभ। शुभ अमला बाजो तो मेरो शुभ, अमला बाजो तो मेरो जोगिया ने आख्या सी सिद्धा ने, कहते बाबा जी तुहाडे गुरु कौन ने? साध संगत गुरु दी ते वाहिगुरु दी बहुत बड़ी महत्ता है।
अपरंपर पार ब्रह्म गुर मिलिया सोई जी। की सवाल किया, कहते कबन गुरु किसका तू चेला। महाराज सच्चे पातशाह ने जवाब दिता, कहते पवन आरंभ पवन मत बेला शब्द गुरु सुरत न चेला। क्योंकि महाराज का आप निरंकार सिद्धा ज्ञान और सतगुरु सच्चे पातशाह महाराज परम जोत आप नारायण गुरु आप आए सच्चे पातशाह महाराज इस दुनिया दे। जेड़े जोगी सन ना सिद्ध महाराज दे चरनां ते डिग पे। सिद्ध बोलन सो बचन सिद्ध बोलन सो बचन सिद्ध बोलन सो बचन। धन नानक तेरी बड़ी कमाई 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 धन नानक तेरी बड़ी कमाई। बड़ा पुरख प्रगटिया बड़ा पुरख प्रगटिया बड़ा पुरख कल विच जोत जगाई कल युग विच जोत जगाई कल युग विच जोत जगाई कल युग विच जोत जगाई। हाँ जी कल युग विच जोत जगाई। धन नानक तेरी बड़ी कमाई 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 धन नानक तेरी बड़ी धन नानक तेरी बड़ी कमाई धन नानक तेरी बड़ी कमाई धन नानक तेरी बड़ी कमाई धन नानक तेरी बड़ी कमाई। बड़ी कमाई सिद्ध बोलन सब बचन धन नानक तेरी बड़ी कमाई। बड़ा पुरख प्रगटिया कल युग विच जोत जगाई। सतगुरु सच्चे पातशाह महाराज एक गरीब दे घर गए गरीब दे साध संगत प्रसादा पानी छकिया सिर्फ एको ही कमरा सी एक कमरा घर दे विच गरीबी बड़ी सी ते महाराज सच्चे पातशाह ने हुण भाई बाला ते मरदाना ने रात कटनी सी ते महाराज सच्चे पातशाह वेख रहे ने भी जगह थोड़ी है क्योंकि परिवार दे विच शरधा बड़ी सी। सतगुर होए दयाल तां शरधा पूरी है सतगुर होए दयाल ना कबहू चूरी है। जे शरधा होवे गुरमुख प्यारिओ भावें अंतां दी गरीबी होवे कुछ भी ना होवे
ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਸਭ ਕੁਝ ਮਿਲ ਜਾਂਦਾ। ਦੁੱਧ ਵੀ ਮਿਲ ਜਾਂਦਾ, ਪੁੱਤਰ ਵੀ ਮਿਲ ਜਾਂਦੇ, ਘਰ ਕਾਰ ਕੋਠੀਆਂ ਸਭ ਕੁਝ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ। ਹੁਣ ਪਰਿਵਾਰ ਨੇ ਸਾਧ ਸੰਗਤ ਜੀ ਕੀ ਕੀਤਾ, ਆਪ ਤਾਂ ਵਿਚਾਰੇ ਬਾਹਰ ਪੈ ਗਏ ਤੇ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਅੰਦਰ ਪਾ ਦਿੱਤਾ। ਤੇ ਕੁਝ ਕੁ ਸਮਾਂ ਹੋਇਆ ਤੇ ਸਾਧ ਸੰਗਤ ਜੀ ਰਾਤ ਨੂੰ ਬਾਰਿਸ਼ ਆ ਗਈ ਤੇ ਜਦੋਂ ਬਾਰਿਸ਼ ਆਈ ਜਿਹੜੀ ਟੁੱਟੀ ਜੀ ਛੰਨ ਬਣਾਈ ਹੋਈ ਸੀ ਉਹ ਵੀ ਚੋਂਦੀ ਸੀ, ਥੋੜ੍ਹ ਥੋੜ੍ਹੀਆਂ ਕਿਣੀਆਂ ਪੈਣ ਲੱਗੀਆਂ। ਫਟਾਫਟ ਪਰਿਵਾਰ ਨੇ ਜਿਹੜੀਆਂ ਆਪਣੇ ਥੱਲੇ ਚਾਦਰਾਂ ਵਿਛਾਈਆਂ ਹੋਏ ਸਨ ਦਰੀਆਂ, ਉਹ ਛੰਨ ਦੇ ਉੱਪਰ ਪਾ ਦਿੱਤੀਆਂ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਭਿੱਜ ਨਾ ਜਾਵੇ, ਕਿਉਂਕਿ ਜਿਹੜੀ ਛੰਨ ਸੀ ਉਹ ਵੀ ਚੋਂਦੀ ਸੀ। ਤੇ ਆਪ ਜਿੱਥੇ ਵੀ ਜਗ੍ਹਾ ਮਿਲੀ ਵਿਚਾਰੇ ਉੱਥੇ ਕਿਤੇ ਖੂੰਜਿਆਂ ਦੇ ਵਿੱਚ ਵਿਚਾਰੇ ਬੈਠ ਗਏ। ਸਵੇਰ ਹੋਈ, ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਤਿਆਰੀ ਕੀਤੀ ਜਾਣ ਦੀ ਤੇ ਗੁਰਮੁਖ ਪਿਆਰਿਓ ਲੱਕੜਾਂ ਵਲ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਇੱਕ ਬਲਦੀ ਲੱਕੜ ਲੈ ਕੇ ਆਓ। ਮਰਦਾਨਾ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੇ ਇੱਥੇ ਰਾਤ ਕੱਟੀ ਹੈ। ਕਹਿੰਦੇ ਭਾਈ ਆਪਾਂ ਜਿਹੜੀ ਆ ਛੰਨ ਆ ਨਾ ਇਹਨੂੰ ਅੱਗ ਲਾ ਦੇਣੀ ਹੈ, ਸਾੜ ਦੇਣੀ ਹੈ। ਪਰਿਵਾਰ ਦੇ ਜੀਆਂ ਨੂੰ ਆਖਿਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਹਾਡੀ ਮਰਜ਼ੀ ਆ, ਕਿਉਂਕਿ ਸ਼ਰਧਾ ਬੜੀ ਸੀ, ਵਿਗਾੜਦਾ ਵੀ ਸਤਿਗੁਰੂ ਆ, ਸਵਾਰਦਾ ਵੀ ਸਤਿਗੁਰੂ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਛੰਨ ਸੀ ਨਾ ਉਹ ਸਾੜ ਦਿੱਤੀ। ਗੁਰਮੁਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤੇ, ਸਾਧੂ ਬੋਲਾ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਕਹਿੰਦੇ ਭਾਈ ਇੱਥੇ ਬਹੁਤ ਵੱਡਾ ਮਹਿਲ ਬਣੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਬਹੁਤ ਵੱਡਾ ਉਹ ਗਰੀਬ ਪਰਿਵਾਰ ਦਾ ਗੁਰਮੁਖ ਪਿਆਰਿਓ ਫਿਰ ਮਕਾਨ ਬਣਿਆ, ਬਹੁਤ ਸੁੰਦਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨੈਣੀਤਾਲ ਗਏ ਨਾ, ਗੋਰਖ ਮਤਾ ਆਪਾਂ ਇਤਿਹਾਸ ਦੇ ਵਿੱਚ ਸੁਣਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਰਦੀ ਦਾ ਮੌਸਮ ਸੀ, ਇੱਥੇ ਭਾਈ ਬਾਲਾ ਤੇ ਮਰਦਾਨਾ ਜੀ ਬਿਰਾਜਮਾਨ ਹੋ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸ਼ਾਮ ਦਾ ਸਮਾਂ ਸੀ। ਕਹਿੰਦੇ ਮਰਦਾਨਿਆਂ ਸਾਹਮਣੇ ਜੋਗੀ ਬੈਠੇ ਨੇ ਸਿੱਧ, ਜਾਂ ਉਹਨਾਂ ਤੋਂ ਲੱਕੜਾਂ ਲੈ ਕੇ ਆ, ਆਪਾਂ ਨੇ ਵੀ ਰਾਤ ਕੱਟਣੀ ਆ। ਜਿਹੜੇ ਜੋਗੀ ਸਿੱਧ ਸਨ ਗੁਰਮੁਖ ਪਿਆਰਿਓ ਇਹ ਹਰੇ ਦਰਖਤਾਂ ਦੇ ਥੱਲੇ ਬੈਠੇ ਸਨ। ਮਹਾਰਾਜ ਸੱਚੇ ਪਾਤਸ਼ਾਹ ਇੱਕ ਸੁੱਕੇ ਦਰਖਤ ਦੇ ਥੱਲੇ ਬੈਠ ਗਿਆ, ਸੁੱਕੇ ਦਰਖਤ ਦੇ ਥੱਲੇ। ਭਾਈ ਮਰਦਾਨਾ ਗਿਆ, ਜਾ ਕੇ ਬੇਨਤੀ ਕੀਤੀ ਤੇ ਗੁਰਮੁਖੋਂ ਸਿੱਧਾ ਨੇ ਜਵਾਬ ਦੇ ਦਿੱਤਾ, ਨਾ ਲੱਕੜਾਂ ਦਿੱਤੀਆਂ ਨਾ ਅੱਗ ਦਿੱਤੀ। ਵਾਪਸ ਆ ਗਿਆ, ਆ ਕੇ ਮਹਾਰਾਜ ਨੂੰ ਕਹਿਣ ਲੱਗਿਆ ਸੱਚੇ ਪਾਤਸ਼ਾਹ ਉਹਨਾਂ ਨੇ ਜਵਾਬ ਦੇ ਦਿੱਤਾ। ਕਹਿੰਦੇ ਕੋਈ ਗੱਲ ਨਹੀਂ ਭਾਈ, ਕਰਤਾਰ ਭਲੀ ਕਰੇਗਾ। ਜੰਗਲ ਦੇ ਵਿੱਚੋਂ ਇੱਕ ਲੱਕੜਹਾਰਾ ਬਹੁਤ ਵੱਡਾ ਭਾਰ ਸਿਰ ਤੇ ਚੁੱਕੀ ਆ ਰਿਹਾ। ਹਨੇਰਾ ਹੋ ਗਿਆ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ ਇਹਨੇ ਭਾਰ ਸਿੱਟ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰਮੁਖ ਪਿਆਰਿਓ ਉਹਦੇ ਚੋਂ ਅੱਧੀਆਂ ਕ ਲੱਕੜਾਂ ਬਾਲ ਦਿੱਤੀਆਂ। ਜੋਗੀ ਸਿੱਧ ਵੇਖ ਰਹੇ ਨੇ ਬਈ ਇਹ ਲੱਕੜਾਂ ਕਿੱਥੋਂ ਆ ਗਈਆਂ, ਅੱਗ ਕਿੱਥੋਂ ਆ ਗਈ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਤ ਕੱਟੀ, ਅੰਮ੍ਰਿਤ ਵੇਲਾ ਹੋਇਆ।
ਤੇ ਗੁਰਮੁਖੋ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਾਧ ਸੰਗਤ ਨਗਰਾਂ ਦੇ ਵਿੱਚ ਜੀਵਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ। ਉਹ ਜਿਵੇਂ ਮਾਨਸਾ ਤੋਂ ਦੇਵਤੇ ਬਣਾਏ, ਵਾਹਿਗੁਰੂ ਜੀ ਜਾਮਾ ਬਲਿਹਾਰ ਗੁਰਾਂ। ਮਾਨਸਾ ਤੋਂ ਦੇਵਤੇ ਬਣਾਏ, ਜਾਮਾ ਬਲਿਹਾਰ ਗੁਰਾਂ ਤੋਂ। ਜਿਵੇਂ ਮਾਨਸਾ ਤੋਂ ਦੇਵਤੇ ਆਏ, ਜਾਮਾ ਬਲਿਹਾਰ ਗੁਰਾਂ। ਪੜੋ ਭੈਣਾ ਜਾਮਾ ਬਲਿਹਾਰ ਗੁਰਾਂ ਤੋਂ। ਮਾਨਸਾ ਤੋਂ ਦੇਵਤੇ ਬਣਾਏ, ਦੇਵਤੇ ਬਣਾਏ, ਜਾਮਾ ਬਲਿਹਾਰ ਗੁਰਾਂ ਤੋਂ। ਜਿਵੇਂ ਮਾਨਸਾ ਤੋਂ ਦੇਵਤੇ ਬਣਾਏ, ਜਾਮਾ ਬਲਿਹਾਰ ਗੁਰਾਂ ਤੋਂ। ਪਿਆਰੇ ਜੀ ਜਾਮਾ ਬਲਿਹਾਰ ਗੁਰਾਂ ਤੋਂ, ਮੇਰੇ ਪਿਆਰੇ ਜਾਮਾ ਬਲਿਹਾਰ ਗੁਰਾਂ ਤੋਂ। ਪਿਆਰੇ ਜੀ ਜਾਮਾ ਬਲਿਹਾਰ ਗੁਰਾਂ ਤੋਂ। ਪਿਆਰੇ ਜੀ ਜਾਮਾ ਬਲਿਹਾਰ ਗੁਰਾਂ ਤੋਂ। ਪਿਆਰੇ ਜੀ ਅੰਮ੍ਰਿਤ ਵੇਲੇ ਬੰਦੇ ਜਾਗਦੇ, ਸਾਈਂ ਕੋਲੋਂ ਦਾਤਾ ਲੈਣਗੇ। ਜਿਹੜੇ ਅੰਮ੍ਰਿਤ ਵੇਲੇ ਬੰਦੇ ਜਾਗਦੇ, ਸਾਈਂ ਕੋਲੋਂ ਦਾਤਾ ਲੈਣਗੇ। ਜਿਹੜੇ ਅੰਮ੍ਰਿਤ ਵੇਲੇ ਬੰਦੇ ਜਾਗਦੇ, ਕੋਲੋਂ ਦਾਤਾ ਲੈਣਗੇ। ਜਿਹੜੇ ਸਾਈਂ ਕੋਲੋਂ ਦਾਤਾ ਲੈਣਗੇ। ਜਿਹੜੇ ਅੰਮ੍ਰਿਤ ਵੇਲੇ ਬੰਦੇ ਜਾਗਦੇ, ਬਾਣੀ ਕੋਲੋਂ ਦਾਤਾ ਲੈਣਗੇ। ਪਿਆਰੇ ਜੀ ਸਾਈਂ ਕੋਲੋਂ ਦਾਤਾ ਲੈਣਗੇ। ਮੇਰੇ ਪਿਆਰੇ ਸਾਈਂ ਕੋਲੋਂ ਦਾਤਾ ਲੈਣਗੇ। ਪਿਆਰੇ ਬਾਣੀ ਕਹਿੰਦੀ ਸਾਈਂ ਕੋਲੋਂ ਦਾਤਾ ਲੈਣਗੇ। ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਅੱਜ ਜਿਵੇਂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ। ਦੇਖੋ ਸਾਰੇ ਵੀਰ, ਭਾਵੇਂ ਦਿਨ ਦੇ ਵਿੱਚ ਬੜੇ ਕੰਮ ਹੁੰਦੇ ਨੇ, ਕੋਈ ਸਰਕਾਰੀ ਨੌਕਰੀ ਆਪਣੀ ਸਰਵਿਸ ਕਰਕੇ ਆਇਆ, ਸਾਧ ਸੰਗਤ ਗੁਰੂ ਦੇ ਨਾਲ ਪਿਆਰ ਆ। ਸਾਰਾ ਪੰਡਾਲ
ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ, ਭੈਣਾਂ ਦੇ ਨਾਲ ਭਰ ਗਿਆ। ਇਹ ਅਪਾਰ ਕਿਰਪਾ ਮਨ ਦੇ ਵਿੱਚ ਚਾਉ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਸੁੱਕੇ ਦਰਖਤ ਥੱਲੇ ਆ ਕੇ ਬੈਠੇ ਸਨ, ਗੁਰਮੁਖੋ ਉਹਦੀ ਦਰਖਤ ਦੀਆਂ ਕਰੁੰਬਲਾਂ ਪੱਤੇ ਨਿਕਲਣੇ ਸ਼ੁਰੂ ਹੋ ਗਏ, ਹਰਿਆ ਭਰਿਆ ਹੋ ਗਿਆ। ਬਾਣੀ ਦੇ ਵਿੱਚ ਇੰਨੀ ਸ਼ਕਤੀ ਆ ਕੀਰਤਨ ਤੇ ਗੁਰਮੁਖ ਪਿਆਰਿਓ, ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਜੋਗੀ ਸਿੱਧ ਵੀ ਆ ਗਏ। ਨਮਸਕਾਰ ਕੀਤੀ, ਚਰਨਾਂ ਤੇ ਡਿੱਗ ਪਏ। ਕੀ ਸਵਾਲ ਕੀਤਾ? ਕਹਿੰਦੇ ਮਹਾਰਾਜ ਤੁਸੀਂ ਸਾਡੇ ਮੰਗਣ ਜੋਗੀ ਨਹੀਂ ਬਣ ਜਾਂਦੇ। ਸਤਿਕਾਰਯੋਗ ਸਾਡੇ ਹੈੱਡ ਗ੍ਰੰਥੀ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਨੇ, ਜਿਹੜੇ ਰਸਤਿਆਂ ਨੂੰ ਚੱਲ ਕੇ ਆਏ ਆ। ਧੰਨਤਾ ਦੇ ਯੋਗ ਇੱਕ ਵਾਰੀ ਜਕਾਰਾ, ਖੁਸ਼ੀ ਦਾ ਜਕਾਰਾ ਸਾਰੀਆਂ ਸੰਗਤਾਂ ਪਿਆਰ ਦੇ ਨਾਲ ਸਪੂਤ ਦਿਓ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਮਹਾਰਾਜ ਕਹਿੰਦੇ ਭਾਈ ਜੋਗੀ ਉਹ ਆ ਜਿਹੜਾ ਗ੍ਰਸਤ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ ਨਾਮ ਜਪਦਾ ਔਰ ਕਾਮ, ਕ੍ਰੋਧ, ਲੋਭ, ਮੋਹ, ਨਿੰਦਿਆ ਨੂੰ ਤਿਆਗ ਕੇ ਗੁਰੂ ਚਰਨਾਂ ਦੇ ਵਿੱਚ ਜੁੜਦਾ। ਅਸਲ ਵਿੱਚ ਮਹਾਰਾਜ ਕਹਿੰਦੇ ਭਾਈ ਉਹ ਜੋਗੀ ਹੈ। ਇਸ ਕਰਕੇ ਸ਼ਬਦਾਂ ਦੇ ਬਾਣ ਮਾਰ ਕੇ ਮਹਾਰਾਜ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ, ਆਪਣਾ ਪੰਥ ਨਿਰਾਲਾ ਬਾਬਾ ਕੀਤੀ ਸਿੱਧ ਗੋਸ਼ਟ ਸਿੱਧੀ ਵਿੱਚ ਆਈ। ਮਹਾਰਾਜ ਨੇ ਬਾਣੀ ਦੇ ਤੀਰ ਬਾਣ ਮਾਰ ਮਾਰ ਕੇ ਸਾਧ ਸੰਗਤ ਉਹਨਾਂ ਸਿੱਧਾਂ ਨੂੰ, ਜੋਗੀਆਂ ਨੂੰ ਸਿੱਧੇ ਰਸਤੇ ਪਾਇਆ। ਬਾਬੇ ਜਿਤਲੀ ਸਿੱਧਾ ਵਾਲੀ ਮੰਡਲੀ ਸ਼ਬਦਾਂ ਦੇ ਬਾਣ ਮਾਰ। ਬਾਬੇ ਜਿਤਲੀ ਸਿੱਧਾ ਵਾਲੀ ਮੰਡਲੀ ਸ਼ਬਦਾਂ ਦੇ ਬਾਣ ਮਾਰ ਕੇ। ਬੋਲਨੇ ਗੁਰਾਂ ਦੀ ਬਾਣੀ ਦੇ ਭਰਮਾਂ ਨੂੰ ਜਾਣ ਚੀਰ ਦੇ। ਸਿੱਖੇ ਬੋਲਨੇ ਗੁਰਾਂ ਦੀ ਬਾਣੀ ਦੇ ਭਰਮਾਂ ਨੂੰ ਜਾਣ ਚੀਰ ਦੇ। ਭਰਮਾਂ ਨੂੰ ਜਾਣ ਚੀਰ ਦੇ। ਸਿੱਖੇ ਬੋਲਨੇ ਗੁਰਾਂ ਦੀ ਬਾਣੀ ਦੇ ਭਰਮਾਂ ਨੂੰ ਜਾਣ ਚੀਰ ਦੇ। ਸਿੱਖੇ ਬੋਲਨੇ ਗੁਰਾਂ ਦੀ ਬਾਣੀ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸਨ, ਮਰਦਾਨਿਆਂ ਰਬਾਬ ਵਜਾ। ਬਾਣੀ ਆਈ ਹੈ, ਕਿਹੜੀ ਬਾਣੀ ਸੀ? ਇਹੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਬਾਬਾ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਬਾਬਾ ਅਗਮ ਉਥਾਉ ਹੈ ਬਾਬਾ ਸੱਚਾ ਸੋਏ। ਫਿਰ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੁੰਦੇ ਸਨ। ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬਾ ਛੇੜੀਆਂ ਰਬਾਬ ਦੀਆਂ ਤਾਰਾਂ, ਜੋਗੀਆਂ ਨੂੰ ਜੋਗ ਭੁੱਲ ਗਏ। ਪੜੋ
ਜੋਗੀਆਂ ਨੂੰ ਜੋਗ ਭੁੱਲਾਂ ਦੀਆਂ ਤਾਰਾ ਜੋਗੀਆਂ ਨੂੰ ਜੋਗ ਭੁੱਲ ਗਏ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੀ ਸੱਚਖੰਡ ਵਾਸੀ, ਜਿਨ੍ਹਾਂ ਨੇ 50 ਸਾਲ ਗੁਰਮੁਖ ਪਿਆਰੇ, ਅੱਧੀ ਸਦੀ ਧਾਰਨਾ ਦੇ ਵਿੱਚ ਕੀਰਤਨ ਕੀਤਾ ਤੇ 9 ਲੱਖ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ। ਰਸ ਪਿੰਨਾ ਕੀਰਤਨ ਕਰਦੇ ਅੰਦਰ ਸੰਗਤਾਂ ਦੂਰ ਦੂਰ ਤੋਂ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪੈਣੀ ਤੇ ਗੁਰੂ ਚਰਨਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਕੇ ਸੁਣਨਾ ਸਾਧ ਸੰਗਤ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਰਖ ਮਤੇ ਤੋਂ ਨਾਨਕ ਮਤਾ ਬਣਾ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਇੰਨੇ ਸ਼ਬਦ ਪ੍ਰਵਾਨ। ਹੋਈਆਂ ਭੁੱਲਾਂ ਦੀ ਖਿਮਾ ਸੰਗਤ ਤੋਂ ਬਖਸ਼ਣ ਯੋਗ ਹੈ। ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਹਿਬ ਸਿਓ ਮੇਲ। ਬਹੁਤ ਹੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਜੀ ਹੈੱਡ ਗ੍ਰੰਥੀ ਸਾਹਿਬ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਨੇ। ਪਿਛਲੇ ਸਾਲ ਵੀ, ਉਹ ਤੋਂ ਪਹਿਲਾਂ ਸਾਲ ਵੀ ਆਪਾਂ ਨੂੰ ਨਿਹਾਲ ਕਰਕੇ ਗਏ ਨੇ। ਇੱਕ ਇੱਕ ਬਚਨ ਕਮਾਉਣ ਵਾਲਾ ਆਪਾਂ ਨੇ ਸਰਵਣ ਕਰਨਾ ਪਾਈ ਬੈਠ ਕੇ। ਸੁਣਨ ਵਾਲੇ ਦਾ ਵੱਡਾ ਦਰਜਾ। ਸਾਰੀਆਂ ਸੰਗਤਾਂ ਜਿਹੜੀਆਂ ਬਾਹਰ ਬੈਠੀਆਂ ਨੇ, ਬੱਚੇ ਰੌਲਾ ਪਾ ਰਹੇ ਨੇ, ਪ੍ਰਬੰਧਕ ਵੀਰਾਂ ਨੂੰ ਬੇਨਤੀ ਆ, ਭਾਈ ਬੱਚਿਆਂ ਨੂੰ ਚੁੱਪ ਕਰਾਓ, ਆਰਾਮ ਦੇ ਨਾਲ ਆ ਕੇ ਗੁਰੂ ਚਰਨਾਂ 'ਚ ਬੈਠ ਕੇ ਹਰ ਜਸ ਕਥਾ ਕੀਰਤਨ ਸਰਵਣ ਕਰੋ ਜੀ। ਬਹੁਤ ਵੱਡੀ ਅੱਜ ਸ਼ੇਰ ਆਪਣੇ ਚਰਨਾਂ ਦੇ ਵਿੱਚ ਪਹੁੰਚੀ, ਆਪਾਂ ਬੈਠ ਕੇ ਸਰਵਣ ਕਰੀਏ ਜੀ। ਡਾਕਟਰ ਸਾਹਿਬ ਜੀ ਦਾ ਔਰ ਸ਼ਕਤੀ ਕਲੱਬ ਨੌਜਵਾਨ ਵੀਰਾਂ ਦਾ ਧੰਨਵਾਦ, ਜਿਹੜੇ ਮਾਣ ਬਖਸ਼ਦੇ ਨੇ। ਸਾਰੇ ਵੀਰਾਂ ਦਾ, ਭੈਣਾਂ ਦਾ ਧੰਨਵਾਦ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਹੀ। ਗੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਭਾਈ ਗੁਰਮੀਤ ਸਿੰਘ ਜੀ ਰੌਲੂ ਮਾਜਰੇ ਤੋਂ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਟੇਜ ਤੇ ਆਉਣ ਤੇ ਸੰਗਤਾਂ ਦੇ ਰੂਬਰੂ ਹੋ ਕੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਫਤਿਹਗੜ੍ਹ ਸਾਹਿਬ ਦਾ ਨਾਮ ਲੈਂਦਿਆਂ ਹੀ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ। ਜਿੱਥੇ ਦੋ ਨੰਨੇ ਗੁਰੂ ਸਾਹਿਬ ਦੇ ਫਰਜ਼ੰਦਾਂ ਨੇ ਅਤੇ ਮਾਤਾ ਜੀ ਨੇ ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ, ਉਸ ਸਥਾਨ ਤੋਂ ਸੇਵਾ ਨਿਭਾ ਰਹੇ ਨੇ ਬੜੇ ਸਾਲਾਂ ਤੋਂ। ਨਾਲ ਦੀ ਨਾਲ ਪੰਥ ਦੀ ਸੇਵਾ ਸ੍ਰੀ ਮੰਜੀ ਸਾਹਿਬ ਤੋਂ ਕਥਾ ਤੇ ਰੋਜ਼ਾਨਾ ਕਥਾ ਕਰਦੇ ਨੇ। ਬਹੁਤ ਵਡਭਾਗੇ ਹਾਂ ਸਾਨੂੰ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਹੋਏ ਨੇ ਤੇ ਉਹਨਾਂ ਦੇ ਬਚਨ ਸੁਣਨ ਦਾ ਮੌਕਾ ਮਿਲਿਆ। ਸੰਗਤਾਂ ਨੂੰ ਬੇਨਤੀ ਕਰ ਦੇਵਾਂ, ਪਹਿਲਾਂ ਵੀ ਕੀਤੀ ਹੈ, ਕੱਲ ਵੀ ਉਹੀ ਬੇਨਤੀ ਹੈ ਕਿ ਬੁਲਾਰੇ ਦਾ ਜੋ ਸਤਿਕਾਰ ਹੈ ਉਹ ਧਿਆਨ ਨਾਲ ਸੁਣਨਾ ਹੈ। ਸਭ ਤੋਂ ਵੱਡਾ ਸਤਿਕਾਰ ਇਹ ਹੈ ਕਿ ਉਹਨਾਂ ਦਾ ਇੱਕ ਇੱਕ ਵਚਨ ਜਿਹੜਾ ਹੈਗਾ ਅਸੀਂ ਧਿਆਨ ਨਾਲ ਸੁਣੀਏ, ਕਿਉਂਕਿ ਕੀਰਤਨ ਦੇ ਵਿੱਚ ਤਾਂ ਟੇਕ ਹੁੰਦੀ ਹੈ, ਉੱਥੋਂ ਅਸੀਂ ਫਿਰ ਸ਼ੁਰੂ ਕਰ ਲੈਂਦੇ। ਕਥਾ ਦੇ ਵਿੱਚ ਤਾਂ ਆਪਾਂ ਜੇ 1 ਮਿੰਟ ਲਈ ਵੀ ਪਾਸੇ ਹੋਏ ਤਾਂ ਮੁੜ ਕੇ ਰਲਣਾ ਬੜਾ ਔਖਾ ਹੋ ਜਾਂਦਾ। ਇੱਕ ਇੱਕ ਵਚਨ ਅਮੋਲਕ ਹੁੰਦਾ ਹੈ। ਸੋ ਸਭ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸੁਣਨਾ ਹੈ। ਆਓ ਉਹਨਾਂ ਦੇ ਸਤਿਕਾਰ ਵਿੱਚ ਜੈਕਾਰਾ ਛੱਡੀਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸ਼ਰਧਾ ਭਾਵਨਾ ਨਾਲ ਆਪ ਜੀ ਲੰਬੇ ਸਮੇਂ ਤੋਂ ਗੁਰੂ ਹਜ਼ੂਰੀ ਅੰਦਰ ਸਜੇ ਹੋ। ਜਿੰਨਾ ਕੁ ਸਮਾਂ ਮਿਲਿਆ ਸਾਨੂੰ, ਗੁਰਮੁਖ ਪਿਆਰੇ ਆਪ ਜੀ ਨੂੰ ਬੇਨਤੀ ਕਰ ਰਹੇ ਸੀ ਵੀ ਬੜੀ ਇਕਾਗਰਤਾ ਦੇ ਨਾਲ ਗੁਰੂ ਅਦਬ ਵਿੱਚ ਗੁਰੂ ਬਚਨਾਂ ਦੀ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਜੀ ਨੇ ਜੋ ਜਗਤ ਨੂੰ ਸੋਚ ਦਿੱਤੀ ਹੈ, ਸੋਝੀ ਦਿੱਤੀ ਹੈ, ਉਹਨੂੰ ਲੈ ਕੇ ਜਾਣ ਦਾ ਯਤਨ ਕਰੀਏ ਅਸੀਂ। ਤਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਕਿ ਫੋਨ ਬੰਦ ਕਰਕੇ, ਕਿਸੇ ਦੀ ਮਜਬੂਰੀ ਹੈ ਉਹ ਬਾਹਰ ਜਾ ਕੇ ਗੱਲਬਾਤ ਕਰ ਸਕਦਾ, ਇਕਾਗਰਤਾ ਬਣਾਈਏ ਤਾਂ ਕਿ ਦੂਸਰੇ ਦੀ ਇਕਾਗਰਤਾ ਭੰਗ ਨਾ ਹੋਵੇ, ਇਹ ਵੀ ਖਿਆਲ ਰੱਖੀਏ ਆਪਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬੇਅੰਤ ਸਾਖੀਆਂ ਨੇ, ਤੇ ਜਦੋਂ ਅਸੀਂ ਉਹ ਸਾਖੀਆਂ ਦੀ ਚਰਚਾ ਕਰਦੇ ਹਾਂ ਤੇ ਅਸੀਂ ਵਰਿਆਂ ਬੱਧੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਕਰ ਸਕਦੇ ਹਾਂ। ਜਦੋਂ ਡਿਟੇਲ ਵਿੱਚ ਨਾਨਕ ਪ੍ਰਕਾਸ਼ ਦੀ ਕਥਾ ਹੁੰਦੀ ਹੈ, ਕਈ ਸਾਲ ਲੱਗ ਜਾਂਦੇ ਸਾਧ ਸੰਗਤ। ਪਰ ਮੈਂ ਚਾਹੁੰਦਾ ਵੀ ਜਿਹੜਾ ਸਾਨੂੰ ਤੱਤ ਕੱਢਣ ਵਾਸਤੇ 1 ਘੰਟਾ ਸਮਾਂ ਮਿਲਿਆ, ਇਹਦੇ ਵਿੱਚੋਂ ਕੁਝ ਸਮਝਣ ਦਾ ਯਤਨ ਕਰੀਏ। ਬਹੁਤ ਸਾਰੀਆਂ ਮੇਰੇ ਨਾਲ ਗੁਰਮੁਖ ਪਿਆਰੇ ਹੁਣ ਵੀ ਗੱਲ ਕਰ ਰਹੇ ਸੀ ਕਿ ਇਤਿਹਾਸ ਨੂੰ ਤੁਸੀਂ ਲਗਾਤਾਰ ਸੁਣਦੇ ਆ ਰਹੇ ਹੋ। ਮੇਰੇ ਖਿਆਲ 25ਵਾਂ ਸਮਾਗਮ ਹੈ, 25 ਸਾਲ ਤੁਹਾਨੂੰ ਹੋ ਗਏ ਤੁਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣ ਰਹੇ ਹੋ। ਇੱਕ ਪੀੜ੍ਹੀ ਜਵਾਨ ਹੋ ਗਈ ਪੂਰੀ, ਬੜੀ ਚੰਗੀ ਗੱਲ ਹੈ ਜੀ। ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਵਕਤਾ ਦੇ ਨਾਲੋਂ ਤੁਸੀਂ ਜਿਹੜੇ ਸਰੋਤੇ 25 ਸਾਲ ਤੋਂ ਵੱਖ-ਵੱਖ ਬੁਲਾਰਿਆਂ ਨੂੰ ਸੁਣਦੇ ਆ ਰਹੇ ਹੋ, ਤੁਸੀਂ ਇੱਕ ਬੁਲਾਰੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦੇ ਹੋ। ਗੱਲ ਸਿਰਫ ਇਤਿਹਾਸ ਨੂੰ ਬਿਆਨ ਕਰਨ ਦੀ ਨਹੀਂ ਹੈ ਸਾਧ ਸੰਗਤ। ਗੱਲ ਤੇ ਇਹ ਸਮਾਗਮ ਮੈਂ ਸਮਝਦਾ 2 ਮਨੋਰਥ ਨੇ ਸਾਡੇ। ਇੱਕ ਤੇ ਮਕਸਦ ਹੈ, ਜਿਵੇਂ ਸਾਡੀਆਂ ਮਾਵਾਂ ਚਾਟੀ ਵਿੱਚ ਦਹੀਂ ਪਾ ਕੇ ਦਹੀਂ ਨੂੰ ਰਿੜਕਦੀਆਂ ਤੇ ਰਿੜਕ ਕੇ ਤੱਤ ਕੱਢ ਲੈਂਦੀਆਂ, ਦੁੱਧ ਦੇ ਵਿੱਚੋਂ ਮੱਖਣ ਕੱਢ ਲੈਂਦੀਆਂ। ਇੱਕ ਤੇ ਮਨੋਰਥ ਹੁੰਦਾ ਵੀ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਮੰਥਨ ਕਰੀਏ, ਦਹੀਂ ਵਾਂਗੂ ਰਿੜਕ ਕੇ ਤੱਤ ਕੱਢਣ ਦਾ ਯਤਨ ਕਰੀਏ। ਦੂਜਾ ਮਨੋਰਥ ਹੈ ਕਿ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਸਾਹਮਣੇ ਆਪਣੇ ਆਪ ਨੂੰ ਰੱਖ ਕੇ ਸਵੈ ਪੜਚੋਲ ਕਰਨ ਦਾ ਯਤਨ ਕਰੀਏ। ਇਹ ਸਮਾਗਮਾਂ ਦਾ ਮਕਸਦ ਕੀ ਹੈ? ਸਾਰੇ ਤੁਸੀਂ ਗੁਰਮੁਖ ਪਿਆਰੇ, ਬੜੀ ਚੰਗੀ ਗੱਲ ਹੈ ਜੀ, ਬੜੀ ਏਕਤਾ ਦਾ ਸਬੂਤ ਦਿੰਦੇ ਹੋ ਤੁਸੀਂ, ਸਾਰੇ ਇਕੱਠੇ ਹੁੰਦੇ ਹੋ, ਜੁੜ ਕੇ ਬੈਠਦੇ ਹੋ, ਬੜੀ ਵਧੀਆ ਗੱਲ ਹੈ ਜੀ। ਸ਼ਕਤੀ ਕਲੱਬ ਦੇ ਵੀਰ, ਸਾਰੇ ਗੁਰਸਿੱਖ ਸੰਗਤ, ਸਾਰੇ ਵਸਣ ਵਾਲੇ ਕੁਰਾਲੀ ਦੇ ਬਹੁਤ ਪਿਆਰ ਨਾਲ, ਭਾਵਨਾ ਨਾਲ ਤੁਸੀਂ ਜੁੜਦੇ ਹੋ।
ਜਿੰਨੀ ਦੇਰ ਸਾਨੂੰ ਮਕਸਦ ਨਹੀਂ ਨਾ ਪਤਾ ਹੁੰਦਾ ਕਿਸੇ ਕਾਰਜ ਦਾ, ਯਕੀਨ ਕਰਿਓ ਉਸ ਕਾਰਜ ਵਿੱਚੋਂ ਆਨੰਦ ਹੀ ਨਹੀਂ ਆਉਂਦਾ। ਤੇ ਜੋ ਮੈਂ ਮਹਿਸੂਸ ਕਰਦਾ ਕਿ ਇਹ ਦੋ ਗੱਲਾਂ ਨੂੰ ਟਾਰਗੇਟ ਬਣਾ ਲਓ। ਇੱਕ ਤੇ ਅਸੀਂ ਮੰਥਨ ਕਰਨਾ ਹੈ, ਅਸੀਂ ਰਿੜਕਣਾ ਹੈ, ਬਿਲੋਵਨਾ ਹੈ, ਤੇ ਇਹਨੂੰ ਰਿੜਕ ਕੇ ਇਹਦੇ ਵਿੱਚੋਂ ਉਦਾਂ ਤੱਤ ਕੱਢਣਾ ਜਿਵੇਂ ਦੁੱਧ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ। ਭਾਵੇਂ ਉਹ ਸਾਖੀਆਂ ਨੇ, ਭਾਵੇਂ ਉਹ ਉਪਦੇਸ਼ ਹੈ, ਜੋ ਵੀ ਹੈ ਉਹਦੇ ਵਿੱਚੋਂ ਸੁਣ ਕੇ ਤੱਤ ਕੱਢਣਾ ਤੇ ਉਹ ਤੱਤ ਘਰ ਲੈ ਕੇ ਜਾਣਾ। ਦੂਸਰੀ ਬੇਨਤੀ ਕਿ ਨਾਲ ਨਾਲ ਅਸੀਂ ਜਦੋਂ ਅਸੀਂ ਸੱਜਣ ਦੀ ਬਾਤ ਕਰਦੇ ਹਾਂ, ਜਦੋਂ ਅਸੀਂ ਭੂਮੀਏ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕੌਡੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੁਨੀ ਚੰਦ ਦੀ ਗੱਲ ਕਰਦੇ ਹਾਂ, ਬੇਅੰਤ ਇਤਿਹਾਸ ਭਰਿਆ ਹੋਇਆ, ਸਾਖੀਆਂ ਦਾ ਕੋਈ ਪਾਰਾਵਾਰ ਨਹੀਂ ਹੈ। ਤੇ ਸਵੈ ਪੜਚੋਲ ਦਾ ਮਤਲਬ ਹੈ ਕਿ ਅਸੀਂ ਸੱਜਣ ਦੀ ਗੱਲ ਹੀ ਨਾ ਕਰੀਏ, ਸੱਜਣ ਦੇ ਸਾਹਮਣੇ ਆਪਣੇ ਜੀਵਨ ਨੂੰ ਵੀ ਰੱਖੀਏ। ਅਸੀਂ ਮਲਕ ਭਾਗੋ ਦੀ ਗੱਲ ਨਾ ਕਰੀਏ, ਮਲਕ ਭਾਗੋ ਦੇ ਸਾਹਮਣੇ ਆਪਣੇ ਜੀਵਨ ਨੂੰ ਵੀ ਰੱਖੀਏ ਤੇ ਵੇਖਣ ਦਾ, ਪੜਚੋਲਣ ਦਾ ਯਤਨ ਕਰੀਏ ਕਿ ਮੈਂ ਲਾਲੋ ਵਾਲੀ ਕੈਟਾਗਰੀ ਵਿੱਚ ਹਾਂ ਕਿ ਮਲਕ ਭਾਗੋ ਵਾਲੀ ਕੈਟਾਗਰੀ। ਜੇ ਤੇ ਸਾਧ ਸੰਗਤ ਅਸੀਂ ਆਪਣੇ ਆਪ ਨੂੰ ਵੇਖਣ ਲੱਗ ਪਏ ਤੇ ਫਿਰ ਤੇ ਸਮਝ ਲਓ ਸਮਾਗਮ ਦੀ ਸਫਲਤਾ ਹੈ। ਤੇ ਜੇ ਸਿਰਫ ਮੈਂ ਬੋਲ ਕੇ ਪੈਸੇ ਲੈ ਲਏ ਤੇ ਤੁਸੀਂ ਆਊਟਪੁੱਟ ਨਿਕਲੀ ਵੀ ਐਤਕੀ ਸੰਗਤ ਬੜੀ ਸੀ, ਐਤਕੀ ਲੰਗਰ ਬੜਾ ਵਧੀਆ ਸੀ, ਫਿਰ ਕੋਈ ਰਿਜ਼ਲਟ ਨਹੀਂ ਨਿਕਲਿਆ। ਤਾਂ ਬੜੀ ਇਮਾਨਦਾਰੀ ਨਾਲ ਨਾ ਆਪਾਂ ਪਰਿਵਾਰ ਵਾਂਗ ਬੈਠੇ ਹਾਂ। ਮੈਂ ਨਹੀਂ ਚਾਹੁੰਦਾ ਵੀ ਆਪਾਂ ਕਿਸੇ ਅੰਦਾਜ਼ ਵਿੱਚ, ਕਿਸੇ ਵਿਸ਼ੇਸ਼ ਆਵਾਜ਼ ਵਿੱਚ, ਇਹ ਗੱਲਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਹੁੰਦਾ। ਸਾਡੀ ਨੀਅਤ ਸਾਫ਼ ਹੋਵੇ, ਅਸੀਂ ਗੁਰੂ ਦੀ ਗੱਲ ਸੁਣਾਉਣੀ ਹੈ ਜਾਂ ਸੁਣਨੀ ਹੈ, ਤੇ ਸੁਣਾਉਣ ਵਾਲੇ ਦੀ ਵੀ ਨੀਅਤ ਸਾਫ਼ ਹੋਵੇ ਤੇ ਉਸ ਸਾਫ਼ ਨੀਅਤ ਦੇ ਨਾਲ ਆਪਣੇ ਕਹੇ ਹੋਏ ਬੋਲਾਂ ਦੇ ਪ੍ਰਤੀ ਉਹ ਇਮਾਨਦਾਰ ਹੋਵੇ ਬੋਲਣ ਵਾਲਾ, ਤੇ ਸੁਣਨ ਵਾਲਾ ਵੀ ਇਮਾਨਦਾਰ ਹੋਵੇ। ਫਿਰ ਅਸੀਂ ਸੈਲਫ ਐਨਾਲਿਸਿਸ ਕਰ ਸਕਦੇ ਹਾਂ। ਸਾਖੀਆਂ ਤੁਸੀਂ ਸੁਣੀਆਂ, ਮੈਂ ਸਿਰਫ ਸਾਖੀਆਂ ਨੂੰ ਇੱਕ ਮਦਦ ਵਜੋਂ ਇਸ਼ਾਰੇ ਦੀ ਗੱਲ ਕਰਾਂਗਾ। ਮੈਂ ਚਾਹੁੰਦਾ ਆਪਾਂ ਬੈਠ ਕੇ ਉਹ ਨਜ਼ਾਰਾ ਵੇਖੀਏ ਕਿ ਗੁਰੂ ਨਾਨਕ ਸਾਹਿਬ ਕਰਦੇ ਕੀ ਨੇ। ਤੇ ਤੁਸੀਂ ਇੱਥੋਂ ਸ਼ੁਰੂ ਕਰ ਲਈਏ। ਚਲੋ ਵੈਸੇ ਤੇ ਸੱਚੇ ਸਾਹਿਬ ਜੀ ਦਾ ਪ੍ਰਗਟ ਹੋਣਾ, ਉਹਨਾਂ ਦੀ ਮੁਸਕਰਾਹਟ, ਉਹਨਾਂ ਦਾ ਤੱਕਣਾ, ਉਹਨਾਂ ਦੇ ਹਾਸੇ, ਹਰ ਇੱਕ ਗੱਲ ਵਿੱਚ ਰਮਜ਼ ਛੁਪੀ ਹੋਈ ਹੈ। ਹਰ ਇੱਕ ਗੱਲ ਵਿੱਚ ਕੋਈ ਭੇਦ ਛੁਪਿਆ ਹੋਇਆ। ਭਾਵੇਂ ਉਹ ਦਾਈ ਦੇ ਹੱਥਾਂ ਵਿੱਚ ਖੇਲ ਰਹੇ ਨੇ, ਭਾਵੇਂ ਉਹ ਮਾਂ ਦੇ ਹੱਥਾਂ 'ਚ ਖੇਲ ਰਹੇ ਨੇ, ਉਹਦੇ ਪਿੱਛੇ ਬੜੀਆਂ ਗਹਿਰੀਆਂ ਰਮਜ਼ਾਂ ਨੇ। ਪਰ ਜਿਸ ਦਿਨ ਅਸੀਂ ਗੁਰੂ ਸਾਹਿਬ ਜੀ ਦਾ ਉਪਦੇਸ਼ ਬਾਣੀ ਵਿੱਚੋਂ ਲੈਂਦੇ ਹਾਂ, ਉਸ ਦਿਨ ਦੀ ਸ਼ੁਰੂਆਤ ਮੰਨ ਲਈਏ ਜੀ। ਵੈਸੇ ਉਦੋਂ ਤੋਂ ਵੀ ਸਿੱਖਿਆ ਜਦੋਂ ਅਜੇ ਉਹ ਮੁਖ ਤੋਂ ਬੋਲ ਨਹੀਂ ਰਹੇ, ਕੁਝ ਨਾ ਕੁਝ ਤੇ ਸਿਖਾ ਹੀ ਰਹੇ ਆ। ਪਰ ਜਿੱਦਣ ਸਤਿਗੁਰੂ ਜੀ ਦੇ ਪਹਿਲੇ ਬੋਲ ਸਾਨੂੰ ਸੁਣਨ ਨੂੰ ਮਿਲਦੇ ਆ, ਅਸੀਂ ਉੱਥੋਂ ਥੋੜਾ ਜਿਹਾ ਐਨਾਲਿਸਿਸ ਕਰਨਾ ਸ਼ੁਰੂ ਕਰੀਏ। ਤੇ ਉਹ ਦਿਨ ਉਹ ਹੈ ਜਿੱਦਣ ਹਜ਼ੂਰ ਦੀ ਸਰੀਰਕ ਆਰਬਲਾ ਲਗਭਗ 9 ਕੁ ਵਰਿਆਂ ਦੀ ਸੀ। ਗੁਰੂ ਸਾਹਿਬ ਜੀ ਨੇ ਜਿਹੜਾ ਪਹਿਲਾ ਉਪਦੇਸ਼ ਦਿੱਤਾ, ਹੁਣ ਇੱਕ ਇੱਕ ਪੁਆਇੰਟ ਨੋਟ ਕਰਿਓ ਜੀ। ਗੁਰੂ ਨਾਨਕ ਸਾਹਿਬ ਜੀ ਪਹਿਲਾ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੀ ਸ਼ੁਰੂਆਤ ਕਿੱਥੋਂ ਕਰਦੇ ਆ? ਗਿਆਨ ਦਿੰਦੇ ਆ, ਸੋਝੀ ਦਿੰਦੇ ਆ, ਭਰਮ ਦਾ ਨਾਸ਼ ਕਰਦੇ ਆ, ਗੁਰਮਤਿ ਦਾ ਪ੍ਰਕਾਸ਼ ਕਰਦੇ ਆ, ਤੇ ਸ਼ੁਰੂਆਤ ਕਿੱਥੋਂ ਕਰਦੇ ਆ? ਆ ਵੀ ਗੱਲ ਪਹਿਲੀ ਸਿੱਖੀ ਹੈ। ਮੈਂ ਫਿਰ ਤੁਹਾਡੀ ਇਕਾਗਰਤਾ ਮੰਗਦਾ ਕਿ ਗੁਰੂ ਨਾਨਕ ਜੀ ਗਿਆਨ ਵੰਡਣ ਲੱਗੇ ਆ ਤੇ ਉਹਨਾਂ ਨੇ ਸ਼ੁਰੂਆਤ ਕਿੱਥੋਂ ਕੀਤੀ ਜੀ? ਆਪਣੇ ਘਰ ਤੋਂ। ਪਹਿਲੀ ਸਿੱਖਿਆ ਸਾਡੇ ਵਾਸਤੇ ਕਿ ਜੇ ਅਸੀਂ ਗਿਆਨ ਦੀ ਗੱਲ ਕਰਨੀ ਹੈ ਤੇ ਗਿਆਨ ਦੀ ਸ਼ੁਰੂਆਤ ਗੁਰੂ ਨਾਨਕ ਸਿਖਾਉਂਦੇ ਆ ਵੀ ਪਹਿਲਾਂ ਆਪਣੇ ਘਰ ਤੋਂ ਕਰ। ਹੁਣ ਇੱਥੇ ਮੇਲ ਨਹੀਂ ਖਾ ਰਹੀ ਗੱਲ ਜੀ। ਸਾਡਾ ਜਿਹੜਾ ਉਪਦੇਸ਼ ਹੁੰਦਾ, ਸਾਡਾ ਜਿਹੜਾ ਗਿਆਨ ਹੁੰਦਾ, ਸਾਡੀ ਜਿਹੜੀ ਸੋਝੀ ਹੁੰਦੀ ਹੈ, ਉਹ ਦੂਜਿਆਂ ਤੋਂ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਤੋਂ ਸ਼ੁਰੂ ਕਰਦੇ ਆ। ਜਿੱਦਣ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜੰਝੂ ਪਾਇਆ ਜਾਣ ਲੱਗਾ, 9 ਕੁ ਵਰਿਆਂ ਦੀ ਸਰੀਰਕ ਉਮਰ ਸੀ ਉਦੋਂ। ਇੱਕ ਇੱਕ ਪੁਆਇੰਟ ਮੈਂ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਦਾ, ਯੂਥ ਨੂੰ, ਭੈਣਾਂ ਨੂੰ, ਨੌਜਵਾਨ ਵੀਰਾਂ ਨੂੰ,
ਤੁਸੀਂ ਨੋਟ ਕਰਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਬਾਬਾ ਕਾਲੂ ਜੀ ਦੇ ਪਿਤਾ ਜੀ ਨੇ ਪ੍ਰੋਗਰਾਮ ਰੱਖਿਆ। ਬੜੀ ਤਿਆਰੀ ਹੋ ਰਹੀ ਹੈ, ਦਿਨ ਮੁਕਰਰ ਹੋ ਗਿਆ, ਸਮਾਂ ਨਿਯਤ ਹੋ ਗਿਆ, ਔਰ ਬਹੁਤ ਅਸਰ ਰਸੂਖ ਸੀ ਬਾਬਾ ਜੀ ਦਾ, ਜੀ ਬਾਬਾ ਕਾਲੂ ਜੀ ਦਾ, ਮਹਿਤਾ ਕਲਿਆਣ ਦਾਸ ਜੀ ਦਾ ਪਿਤਾ ਜੀ ਦਾ। ਇੱਕ ਚੰਗਾ ਉਹਨਾਂ ਦਾ ਰੁਤਬਾ ਸੀ ਸਮਾਜ ਵਿੱਚ, ਪਟਵਾਰੀ ਸਨ ਉਹ, ਤੇ ਇਕੱਲੇ ਪਟਵਾਰੀ ਨਹੀਂ ਸੀ, ਪੂਰੇ ਰਿਆਸਤ ਸੀ ਜਿਹੜੀ ਰਾਏ ਬੁਲਾਰ ਦੀ, ਉਹਦੇ ਉਹ ਪੂਰੇ ਕਾਰਦਾਰ ਸਨ। ਲੋਕਾਂ 'ਚ ਚੰਗਾ ਇੱਜ਼ਤ ਮਾਣ ਸੀ। ਇਸ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਸੱਦਿਆ ਗਿਆ, ਬਹੁਤ ਵੱਡਾ ਇਕੱਠ ਹੋਇਆ ਜੀ ਉਸ ਦਿਨ। ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਹੈ ਕਿ ਇਹ ਸਾਰੀ ਤਿਆਰੀ ਕਿਉਂ ਹੋ ਰਹੀ ਹੈ। ਮਹਾਰਾਜ ਜਾਣਦੇ ਨੇ ਕਿ ਇਹ ਸਾਰਾ ਫੰਕਸ਼ਨ ਮੇਰੇ ਕਰਕੇ ਹੋ ਰਿਹਾ। ਫਿਰ ਦੂਸਰੀ ਗੱਲ, ਮੁਕੰਮਲ ਤਿਆਰੀ ਹੋ ਗਈ, ਉਹ ਦਿਨ ਆ ਗਿਆ ਜਿਹੜਾ ਦਿਨ ਸੀ, ਭੋਜਨ ਪੱਕ ਰਿਹਾ, ਰਿਸ਼ਤੇਦਾਰ ਕੁਨਬਾ ਸੰਬੰਧੀ ਸਾਰੇ ਇਕੱਠੇ ਹੋ ਗਏ ਜੀ, ਇਕੱਠ ਹੋਣਾ ਸ਼ੁਰੂ ਹੋ ਗਿਆ। ਕਮਾਲ ਹੋ ਗਈ, ਗੁਰੂ ਨਾਨਕ ਸਾਹਿਬ ਜੀ ਜਾਣਦੇ ਆ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ, ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜੋ ਕੁਝ ਇਹ ਕੀਤਾ ਜਾ ਰਿਹਾ ਮੈਂ ਉਹਨੂੰ ਮੰਨਣਾ ਨਹੀਂ ਹੈ। ਫੰਕਸ਼ਨ ਕੀ ਹੈ ਕਿ ਪਿਤਾ ਕਲਿਆਣ ਦਾਸ ਜੀ ਦੇ ਪੁੱਤਰ ਨਾਨਕ ਜੀ ਦੇ ਗਲ ਵਿੱਚ ਜੰਝੂ ਪਾਇਆ ਜਾਣਾ, ਕਿਉਂਕਿ ਕੁਦਰਤੀ ਹੈ ਨਾ ਜੀ, ਜਿਸ ਧਰਾਤਲ ਤੇ ਜਨਮ ਹੋਇਆ, ਗੁਰੂ ਸਾਹਿਬ ਜੀ ਪ੍ਰਗਟੇ, ਉਹਦੀ ਜਿਹੜੀ ਸਨਾਤਨੀ ਵਿਚਾਰਧਾਰਾ ਸੀ ਉਹ ਸਾਰਾ ਕੁਝ ਇਹ ਸੀ। ਉੱਥੇ ਮੁੱਢ ਕਦੀਮ ਤੋਂ ਇਹ ਸਾਰੀਆਂ ਰਵਾਇਤਾਂ ਤੁਰੀਆਂ ਆ ਰਹੀਆਂ ਸਨ, ਇਹ ਪਰੰਪਰਾ ਸੀ ਜੀ ਉਸ ਖਾਨਦਾਨ ਦੀ ਵੀ, ਤੇ ਉਸ ਪਰੰਪਰਾ ਦੇ ਅਨੁਸਾਰ ਬਾਬਾ ਜੀ ਦੇ ਗਲ ਵਿੱਚ ਵੀ ਜੰਝੂ ਪੈਣਾ ਸੀ। ਪਿਤਾ ਜੀ ਨੇ ਪ੍ਰੋਗਰਾਮ ਰੱਖ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਕਲੀਅਰ ਹੈ ਕਿ ਮੈਂ ਜੰਝੂ ਨਹੀਂ ਪਾਉਣਾ, ਪਰ ਜਿਹੜੀ ਕਮਾਲ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਕਿਤੇ ਵੀ ਨੈਗੇਟਿਵ ਨਹੀਂ ਹੁੰਦੇ, ਉਹ ਬਹੁਤ ਪੋਜ਼ਿਟਿਵ ਨੇ। ਬੜੀ ਹੀ ਸਕਾਰਾਤਮਕ ਬਿਰਤੀ ਹੈ ਜਿਹੜੀ ਦੂਜੀ ਗੱਲ ਸਿੱਖਣ ਵਾਲੀ ਹੈ। ਇੱਕ ਇੱਕ ਪੁਆਇੰਟ ਨੋਟ ਕਰਿਓ। ਪਹਿਲੀ ਗੱਲ, ਗਿਆਨ ਆਪਣੇ ਘਰ ਤੋਂ ਸ਼ੁਰੂ ਕਰੀਏ। ਦੂਜੀ ਗੱਲ, ਗਿਆਨ ਦੇਣ ਦਾ ਮਤਲਬ ਤਕਰਾਰ ਕਰਨਾ ਨਹੀਂ ਹੈ, ਵਿਚਾਰ ਕਰਨਾ ਹੈ, ਵਿਵਾਦ ਨਹੀਂ ਹੈ, ਸੰਵਾਦ ਹੈ। ਗੁਰੂ ਨਾਨਕ ਦੀ ਸੋਚ ਵਿੱਚ ਸਾਰੀ ਬਾਣੀ ਤੁਸੀਂ ਪੜੋ, ਸਾਰਾ ਜੀਵਨ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਵੇਖੋ, ਤੇ ਗੁਰੂ ਨਾਨਕ ਸਾਹਿਬ ਕੀ ਕਰਦੇ ਨੇ? ਗੋਸ਼ਟ ਕਰਦੇ ਨੇ, ਡਿਸਕਸ਼ਨ। ਬਾਣੀ ਦਰਜ ਹੈ ਸਿੱਧ ਗੋਸ਼ਟ, ਸਿੱਧਾਂ ਦੇ ਨਾਲ। ਹੁਣ ਆਪ ਜੀ ਨੂੰ ਸੁਣਾ ਰਹੇ ਸੀ ਭਾਈ ਸਾਹਿਬ, ਵੇਖੋ ਸਿੱਧ ਉਹ ਲੋਕ ਨੇ ਜਿਨ੍ਹਾਂ ਦੀ ਵਿਚਾਰਧਾਰਾ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ। ਭਾਵੇਂ ਉਹ ਸੁਮੇਰ ਪਰਬਤ ਦੇ ਸਿੱਧ ਨੇ, ਭਾਵੇਂ ਉਹ ਹਰਿਦੁਆਰ ਦੇ ਉਹ ਲੋਕ ਜਿਹੜੇ ਮੇਲੇ ਤੇ ਇਕੱਠੇ ਹੋਏ ਸੀ, ਭਾਵੇਂ ਉਹ ਜਗਨਨਾਥਪੁਰੀ ਦੇ ਪਾਂਡੇ ਸਨ, ਭਾਵੇਂ ਉਹ ਕਾਬੇ ਦੇ ਕਾਜ਼ੀ ਮੁਲਾਣੇ ਸਨ, ਭਾਵੇਂ ਬਗਦਾਦ ਦੇ ਪੀਰ ਫਕੀਰ ਸਨ, ਕਿਸੇ ਨਾਲ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ। ਪਰ ਗੁਰੂ ਨਾਨਕ ਸਾਹਿਬ ਕਿਸੇ ਨਾਲ ਵਿਵਾਦ ਨਹੀਂ ਕਰਦੇ ਨਜ਼ਰ ਆਉਣਗੇ, ਗੁਰੂ ਨਾਨਕ ਸਾਹਿਬ ਸੰਵਾਦ ਕਰਦੇ ਨਜ਼ਰ ਆਉਣਗੇ, ਡਾਇਲੌਗ ਕਰਦੇ ਨਜ਼ਰ ਆਉਣਗੇ। ਜਿਹੜੀ ਗੱਲ ਅੱਜ ਅਸੀਂ ਛੱਡ ਦਿੱਤੀ, ਤੇ ਅਸੀਂ ਕਹਿੰਦੇ ਆ ਮੇਰੀ ਤੇਰੇ ਨਾਲ ਵਿਚਾਰ ਨਹੀਂ ਰਲਦੀ, ਤੇ ਇੱਕ ਦੂਜੇ ਦਾ ਸਿਰ ਪਾੜਨ ਤੇ ਉਤਰ ਆਉਂਦੇ। ਜੇ ਗੁਰੂ ਨਾਨਕ ਸਾਹਿਬ ਕੋਲੋਂ ਸਿੱਖਿਆ ਲੈਣੀ ਹੈ ਤੇ ਇਸ ਸਿੱਖਿਆ ਨੂੰ ਆਪਣੇ ਪੱਲੇ 'ਚ ਬੰਨਣਾ ਕਿ ਜ਼ਿੰਦਗੀ ਦੇ ਅੰਦਰ ਸੰਵਾਦ ਦਾ ਪੱਲਾ ਨਹੀਂ ਛੱਡਣਾ, ਪੋਜ਼ਿਟਿਵ ਥਿੰਕਿੰਗ ਦੇ ਨਾਲ। ਫਿਰ ਅਗਲੀ ਗੱਲ ਹੋਰ ਬੜੀ ਕਮਾਲ ਦੀ, ਤੁਸੀਂ ਜਿੰਨੀਆਂ ਸਾਖੀਆਂ ਸੁਣੀਆਂ ਹੋਈਆਂ ਨੇ, ਮੈਂ ਸਿਰਫ ਤੁਹਾਨੂੰ ਇਸ਼ਾਰੇ ਮਾਤਰ ਗੱਲ ਕਰਾਂਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੰਵਾਦ ਵੀ ਕਰਦੇ ਨੇ ਨਾ ਜੀ, ਮੇਲਿਆਂ ਦੇ ਵਿੱਚ, ਇਕੱਠਾਂ 'ਚ, ਮਹਾਰਾਜ ਚੋਣ ਇਹ ਕਰਦੇ ਆ ਵੀ ਜਦੋਂ ਲੋਕਾਂ ਦਾ ਭਰਵਾਂ ਇਕੱਠ ਹੋਵੇ ਉਦੋਂ ਜਾਂਦੇ। ਬਾਬਾ ਜੀ ਨੂੰ ਪਤਾ ਲੱਗਦਾ ਫਲਾਣੇ ਥਾਂ ਮੇਲਾ ਆ, ਤੇ ਗੁਰੂ ਸਾਹਿਬ ਉੱਥੇ ਚਲੇ ਜਾਂਦੇ। ਆਪ ਜੀ ਸੁਣਦੇ ਹੋ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਉਹਨਾਂ ਨੂੰ ਪਤਾ ਲੱਗਿਆ ਸ਼ਿਵਰਾਤਰੀ ਦਾ ਮੇਲਾ ਲੱਗ ਰਿਹਾ, ਤੇ ਕਹਿੰਦੇ ਕੋਈ ਨਹੀਂ, ਚਲੋ ਚੱਲੀਏ। ਇਹ ਨਹੀਂ ਗੁੱਸਾ ਕੀਤਾ ਵੀ ਮੈਂ ਸ਼ਿਵਰਾਤਰੀ ਤੇ ਕਿਉਂ ਜਾਵਾਂ ਜੀ, ਮੇਰਾ ਸ਼ਿਵਰਾਤਰੀ ਨਾਲ ਕੀ ਸੰਬੰਧ ਹੈ, ਬਿਲਕੁਲ ਨਹੀਂ। ਕਹਿੰਦੇ ਚਲੋ ਚੱਲੀਏ।
ਹਰਿਦੁਆਰ ਸੰਗਰਾਂਦ ਉੱਤੇ ਮੇਲਾ ਲੱਗਿਆ, ਵਿਸਾਖੀ ਤੇ ਸੰਗਰਾਂਦ ਵਿਸਾਖ ਦੀ, ਕਹਿੰਦੇ ਚਲੋ ਹਰਿਦੁਆਰ ਚੱਲਦੇ ਆ। ਇਹਨੂੰ ਕਹਿੰਦੇ ਆ ਪੋਜ਼ਿਟਿਵ ਥਿੰਕਿੰਗ। ਸੱਚਾਈ ਇਹ ਹੈ ਗੁਰਮੁਖੋ ਵੀ ਜਿਸ ਸਤਾ ਉੱਤੇ ਗੁਰੂ ਨਾਨਕ ਸਾਹਿਬ ਨੂੰ ਸਮਝਣਾ ਸੀ ਨਾ ਜੀ, ਅਸੀਂ ਉਸ ਸਤਾ ਤੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਤੇ ਅਸੀਂ ਗੁਰੂ ਨਾਨਕ ਸਾਹਿਬ ਵਰਗੇ ਨਹੀਂ ਬਣੇ, ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਕੀਤਾ। ਚਾਹੀਦਾ ਤੇ ਇਹ ਸੀ ਕਿ ਅਸੀਂ ਆਪਣੀ ਸੋਚ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਰਗੀ ਬਣਾਉਂਦੇ, ਪਰ ਗੁਰੂ ਨਾਨਕ ਸਾਹਿਬ ਦੇ ਵਰਗੇ ਬਣਨ ਦੀ ਬਜਾਏ ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਵਰਗਾ ਬਣਾ ਲਿਆ। ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਵੇਖਦੇ ਹੋ, ਭਾਵੇਂ ਉਹ ਮਨੋਕਲਪਤ ਨੇ, ਪਰ ਕਲਪਨਾ ਕਿਸ ਮੈਂਟੈਲਿਟੀ ਵਿੱਚੋਂ ਹੋਈ, ਕਦੀ ਸੋਚਿਆ ਤੁਸੀਂ? ਕਲਪਨਾ ਕਾਲਪਨਿਕ ਤਸਵੀਰਾਂ ਨੇ, ਤੇ ਉਹ ਜਿਹੜੀ ਕਲਪਨਾ ਵੀ ਹੋ ਰਹੀ ਹੈ, ਜੋ ਉਹਨੂੰ ਮਿਥਿਆ ਜਾ ਰਿਹਾ, ਸਪੋਜ਼ ਕੀਤਾ ਜਾ ਰਿਹਾ, ਉਸ ਸਪੋਜ਼ ਕਰਨ ਦੇ ਪਿੱਛੇ ਮੈਂਟੈਲਿਟੀ ਕੀ ਹੈ, ਸੋਚ ਕੀ ਹੈ? ਹੁਣ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਕੀ ਹੈ ਜੀ? ਪਹਿਲਾਂ ਤੇ ਉਹ ਉਦਾਸੀਆਂ ਤੇ ਜਾਂਦੇ ਆ, ਪ੍ਰਚਾਰ ਕਰਦੇ ਆ, ਸੰਵਾਦ ਕਰਦੇ ਆ, ਹਰ ਤੀਰਥ ਤੇ ਜਾਂਦੇ ਆ, ਹਰ ਧਾਰਮਿਕ ਸਥਾਨ ਤੇ ਜਾਂਦੇ ਆ, ਹਰ ਵਰਗ ਕੋਲ ਜਾਂਦੇ ਆ, ਜੋਗੀਆਂ ਕੋਲ, ਪਾਂਡਿਆਂ ਕੋਲ, ਕਾਜ਼ੀਆਂ ਕੋਲ, ਪੀਰਾਂ ਕੋਲ, ਸਭ ਥਾਂ ਜਾਂਦੇ ਆ। ਤੇ ਜਦੋਂ ਵਾਪਸ ਆਉਂਦੇ ਆ ਤੇ ਆ ਕੇ ਸ਼੍ਰੀ ਕਰਤਾਰਪੁਰ 18 ਸਾਲ ਉੱਥੇ ਰਹਿੰਦੇ ਆ, ਫਿਰ ਖੇਤੀ ਕਰਦੇ ਆ। ਫੋਟੋ ਖਿਚਾਉਣ ਵਾਸਤੇ ਨਹੀਂ ਕਰਦੇ ਸਾਡੇ ਵਾਂਗੂ, ਜੀ ਮਾਰ ਕੇ ਪੂਰੇ ਜੀ ਜਾਨ ਨਾਲ ਖੇਤੀ ਕਰਦੇ ਆ। ਤੁਹਾਡੇ ਚੋਂ ਬਹੁਤ ਸਾਰੇ ਗੁਰਮੁਖ ਹੋਣਗੇ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਆਂ ਜਾਂ ਤੁਸੀਂ ਸੁਣੀਆਂ ਸਾਰਿਆਂ ਨੇ। ਵੇਖੋ ਇਸ ਗੱਲ ਨੂੰ ਨੋਟ ਕਰਿਓ ਥੋੜਾ ਜਿਹਾ। ਬਾਬਾ ਦੇਖੈ ਧਿਆਨ ਧਰ, ਜਗਤ ਵੱਲ ਵੇਖਿਆ ਬਾਬਾ ਜੀ ਨੇ। ਹੁਣ ਵੇਖੋ ਇੱਕ ਸਾਡੀ ਦ੍ਰਿਸ਼ਟੀ ਹੁੰਦੀ ਹੈ, ਸਿਰਫ ਆਪਣੇ ਆਪ ਵੱਲ ਵੇਖਦੇ ਹਾਂ, ਆਪਣੇ ਸਵਾਰਥ ਲਈ, ਆਪਣੇ ਗਰਜ ਲਈ, ਆਪਣੇ ਭਵਿੱਖ ਲਈ, ਆਪਣੇ ਬੱਚਿਆਂ ਲਈ, ਆਪਣੇ ਘਰ ਲਈ। ਤੇ ਜਿਹੜੇ ਥੋੜੇ ਜਿਹੇ ਉੱਚੇ ਉੱਠਦੇ ਆ ਫਿਰ ਉਹ ਦੂਜਿਆਂ ਵਾਸਤੇ ਵੀ ਵੇਖਦੇ ਆ। ਗੁਰੂ ਨਾਨਕ ਸਾਹਿਬ ਜੀ ਨੇ ਦੂਜਿਆਂ ਵਾਸਤੇ ਵੀ ਵੇਖਿਆ ਤੇ ਮਹਾਰਾਜ ਦੇ ਅੰਦਰ ਇੱਕ ਤਰਸ ਆਇਆ ਜਦੋਂ ਉਹਨਾਂ ਨੂੰ ਜਲਤੀ ਸਭ ਪ੍ਰਿਥਵੀ ਦਿਸੇ ਆਈ। ਉਹਨਾਂ ਨੂੰ ਕੀ ਨਜ਼ਰ ਆਇਆ ਕਿ ਧਰਤੀ ਉੱਤੇ ਅੱਗ ਲੱਗੀ ਹੋਈ ਹੈ। ਹੁਣ ਅੱਗ ਕਾਹਦੀ ਲੱਗੀ ਹੋਈ ਸੀ ਜੀ? ਮੁਤੱਸਬ ਦੀ, ਈਰਖਾ ਦੀ, ਨਫ਼ਰਤ ਦੀ, ਊਚ ਨੀਚ, ਸੁੱਚ ਪਿੱਟ, ਵਹਿਮ ਭਰਮ, ਰਾਜੇ ਪਾਪ ਕਮਾਉਂਦੇ ਤੇ ਉਹ ਧਾਰਮਿਕ ਲੋਕ ਵੀ, ਰਾਜੇ ਲੋਕ ਵੀ, ਸਭ ਪਾਸੇ ਨਾ ਬਰਾਬਰੀ। ਬੜੀ ਅਜੀਬ ਕਿਸਮ ਦੀ ਅੱਗ ਸੀ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਹਾਹਾਕਾਰ ਮਚੀ ਹੋਈ, ਕਿਸੇ ਨੂੰ ਕੋਈ ਆਸਰਾ ਨਾ ਲੱਭੇ, ਕਿਸੇ ਨੂੰ ਕੋਈ ਰਾਹ ਨਹੀਂ ਲੱਭ ਰਿਹਾ, ਸਭ ਸੱਚ ਕਿਨਾਰੇ ਰਹਿ ਗਿਆ। ਅੱਗ ਕਿਉਂ ਲੱਗਦੀ ਜੀ ਭਲਾ? ਅੱਗ ਕਿਉਂ ਰੁੱਖ ਹੈ ਨਾ ਜੀ, ਜੰਗਲ ਦੇ ਵਿੱਚ ਰੁੱਖ ਨੇ, ਤੇ ਦੋ ਰੁੱਖ ਜਦੋਂ ਆਪਸ ਚ ਖਹਿੰਦੇ ਆ, ਅਕਸਰ ਬਾਂਸ ਖਹਿੰਦਾ ਹੈ ਨਾ, ਜਦੋਂ ਬਾਂਸ, ਉਹ ਅੱਗ ਲਾਉਣ ਦਾ ਕਾਰਨ ਬਣਦਾ। ਜੰਗਲ ਦੀ ਜਿਹੜੀ ਅੱਗ ਹੁੰਦੀ ਹੈ ਨਾ ਜੀ, ਉਹ ਕੋਈ ਨਹੀਂ ਲਾਉਂਦਾ। ਕਈ ਵਾਰੀ ਤੁਸੀਂ ਖਬਰਾਂ ਸੁਣਦੇ ਹੋ ਵੀ ਇੰਨੇ 1000 ਏਕੜ ਜੰਗਲ ਸੜ ਗਿਆ, ਉਹ ਕਿਸੇ ਨੇ ਨਹੀਂ ਲਾਈ ਹੁੰਦੀ ਅੱਗ। ਉਹ ਅੱਗ ਕਿਉਂ ਲੱਗਦੀ ਹੈ? ਜਦੋਂ ਬਾਂਸ ਅੰਦਰੋਂ ਖੋਖਲਾ ਹੁੰਦਾ, ਆਪਸ ਵਿੱਚ ਖਹਿੰਦਾ, ਅੰਦਰੋਂ ਖੋਖਲਾ, ਉਦੋਂ ਅੱਗ ਪੈਦਾ ਕਰਦਾ। ਤੇ ਉਹ ਹਾਲਾਤ ਅੱਗ ਲੱਗਣ ਦਾ ਕਾਰਨ ਕੀ ਸੀ? ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ। ਜਿਹੜੇ ਧਾਰਮਿਕ ਲੋਕ ਸੀ, ਇੰਨਾ ਮੁਤੱਸਬ, ਇੰਨੀ ਕੱਟੜਤਾ, ਇੰਨੀ ਈਰਖਾ, ਇੰਨੀ ਘਿਰਣਾ, ਰੱਬ ਦੇ ਨਾਂ ਦੀ ਘਿਰਣਾ, ਰੱਬ ਦੇ ਥਾਂ ਦੀ ਘਿਰਣਾ, ਦੱਖਣ ਤੇ ਪੱਛਮ ਦੀ ਘਿਰਣਾ, ਖੁਦਾ ਤੇ ਹਰੀ ਦੀ ਘਿਰਣਾ। ਕਮਾਲ ਹੋ ਗਈ। ਮੇਰਾ ਰੱਬ ਵੱਡਾ ਹੈ, ਉਹ ਕਹੇ ਮੇਰਾ ਰੱਬ ਵੱਡਾ ਹੈ, ਉਹ ਕਹਿੰਦਾ ਮੇਰਾ ਰੱਬ ਪੱਛਮ ਵੱਲ ਹੈ, ਉਹ ਕਹਿੰਦਾ ਮੇਰਾ ਰੱਬ ਦੱਖਣ ਵੱਲ ਹੈ। ਖਹਿ ਮਰਦੇ ਬਾਹਮਣ ਮੌਲਾਣੇ। ਧਾਰਮਿਕ ਆਗੂ ਆਪਸ ਵਿੱਚ ਟਕਰਾ ਕੇ ਅੱਗ ਲੱਗੀ ਹੋਈ ਸੀ। ਧਾਰਮਿਕ ਆਗੂ ਦਾ ਜੋ ਫਰਜ਼ ਬਣਦਾ, ਸਹਿਜ ਪੈਦਾ ਕਰਨਾ, ਸੰਜਮ ਪੈਦਾ ਕਰਨਾ, ਧੀਰਜ ਪੈਦਾ ਕਰਨਾ, ਠਰਮਾ ਪੈਦਾ ਕਰਨਾ, ਸੀਤਲਤਾ ਪੈਦਾ ਕਰਨੀ, ਉਹ ਨਹੀਂ ਸੀ। ਉਹ ਦੁਨੀਆ ਉੱਤੇ ਆਪਣਾ ਫਰਜ਼ ਨਹੀਂ ਸੀ ਨਿਭਾ ਰਹੇ। ਤੇ ਇਹਨੂੰ ਸਵੈ ਪੜਚੋਲ ਕਹਿੰਦੇ ਆ। ਤੁਸੀਂ ਅੱਜ ਵੀ ਵੇਖੋ ਕਿ ਅੱਜ ਮੁਤੱਸਬ ਦੀ ਅੱਗ ਨਹੀਂ ਬਾਲੀ ਜਾ ਰਹੀ, ਅੱਜ ਵੀ ਤੇ ਉਹੀ ਕੁਛ ਕੀਤਾ ਜਾ ਰਿਹਾ।
ਇਹ ਕਾਰਨ ਸੀ ਅੱਗ ਲੱਗਣ ਦਾ ਜੀ। ਖਹਿ ਮਰਦੇ ਬਾਹਮਣ ਬਾਂਸ ਵਾਂਗੂ ਖੋਖਲੇ ਅੰਦਰੋਂ ਤੇ ਅੱਗ ਲਾ ਰਹੇ ਸੀ ਖਹਿ ਖਹਿ ਕੇ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ। ਉਦਾਸੀਆਂ ਲਈ ਮਤਲਬ ਧਾਰਮਿਕ ਜਿਹੜੀ ਪ੍ਰਚਾਰ ਫੇਰੀਆਂ ਉਹਨੂੰ ਉਦਾਸੀ ਕਹਿੰਦੇ ਸੀ। ਤੇ ਬਾਬੇ ਨੇ ਕੀ ਕੀਤਾ ਜੀ, ਭੇਖ ਬਣਾਇਆ। ਜਿਹੜੇ ਥਾਂ ਤੇ ਜਾਂਦੇ ਸੀ ਉਦਾਂ ਦਾ ਭੇਖ ਪਾ ਲੈਂਦੇ ਸੀ। ਕਾਬੇ ਜਾਣਾ ਸੀ ਤੇ ਉਦਾਂ ਦਾ ਭੇਸ ਬਣਾ ਲਿਆ ਸੀ, ਜਿੱਥੇ ਜਿੱਥੇ ਵੀ ਬਾਬਾ ਜੀ ਜਾਂਦੇ ਸੀ। ਹੁਣ ਜਿਹੜੀ ਮੈਂ ਤੁਹਾਨੂੰ ਨਾਲ ਗੱਲ ਕਰਨੀ ਚਾਹੁੰਦਾ, ਗੁਰੂ ਨਾਨਕ ਸਾਹਿਬ ਦਾ ਮਕਸਦ ਭੇਖ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਮਕਸਦ ਸੀ ਲੋਕਾਂ ਨੂੰ ਅਗਿਆਨਤਾ ਵਿੱਚੋਂ ਕੱਢਣਾ, ਲੋਕਾਂ ਨੂੰ ਭਰਮ ਵਿੱਚੋਂ ਕੱਢਣਾ, ਲੋਕਾਂ ਦੀ ਮਾਨਸਿਕਤਾ ਨੂੰ ਗੁਲਾਮੀ ਵਿੱਚੋਂ ਕੱਢਣਾ ਤੇ ਵਿਚਾਰਾਂ ਕਰਕੇ ਉਹਨਾਂ ਨੂੰ ਆਜ਼ਾਦੀ ਦੇਣੀ। ਜਦੋਂ ਬਾਬਾ ਜੀ ਨੇ ਉਦਾਸੀਆਂ ਕੀਤੀਆਂ ਤੇ ਉਦਾਸੀਆਂ ਕਰਕੇ ਫਿਰ ਬਾਬਾ ਆਇਆ ਕਰਤਾਰਪੁਰ। ਭੇਖ ਉਦਾਸੀ ਸਗਲ ਉਤਾਰਾ। ਸੁਣੋ ਜੀ, ਉੱਥੇ ਕਿਹਾ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਤੇ ਕਰਤਾਰਪੁਰ ਆ ਕੇ ਬਾਬਾ ਜੀ ਕਹਿੰਦੇ ਵੀ ਭੇਖ ਮੇਰਾ ਮਕਸਦ ਨਹੀਂ ਹੈ। ਮਤ ਸੋਚਿਓ ਵੀ ਗੇਰੂਏ ਪਾਉਣੇ ਨੇ ਜਾਂ ਕਾਲੇ ਪਾਉਣੇ ਨੇ ਜਾਂ ਸਫੇਦ ਪਾਉਣੇ ਨੇ ਜਾਂ ਨੀਵੇਂ ਪਾਉਣੇ ਨੇ ਕਿ ਉੱਚੇ ਪਾਉਣੇ ਨੇ, ਕੋਈ ਮਤਲਬ ਨਹੀਂ ਇਸ ਗੱਲ ਦਾ। ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ। ਜੇ ਇਹਨੂੰ ਥੋੜਾ ਜਿਹਾ ਫੜੋ ਗੱਲ ਨੂੰ, ਤੇ ਸੰਸਾਰੀ ਮਤਲਬ ਜਿੱਦਾਂ ਦੇ ਆਮ ਲੋਕ ਪਾਉਂਦੇ ਸੀ। ਉਦੋਂ ਦੇ ਦਰਜੀ ਜਿਵੇਂ ਦੇ ਕੱਪੜੇ ਸੀਂਦੇ ਸੀ। ਜੇ ਉਦੋਂ ਦੇ ਦਰਜੀ ਕੁੜਤੇ ਪਜਾਮੇ ਸੀਂਦੇ ਸੀ, ਬਾਬਾ ਜੀ ਨੇ ਕੁੜਤਾ ਪਜਾਮਾ ਪਾਇਆ ਹੋਏਗਾ। ਜੇ ਉਦੋਂ ਦੇ ਦਰਜੀ ਚਾਦਰਾ ਸੀਂਦੇ ਸੀ, ਬਾਬਾ ਜੀ ਨੇ ਚਾਦਰਾ ਲਾਇਆ ਹੋਏਗਾ। ਤੇ ਜੇ ਉਦੋਂ ਦੇ ਦਰਜੀ ਕੋਟ ਪੈਂਟ ਵੀ ਸੀਂਦੇ ਹੋਣਗੇ, ਜੋ ਸੰਸਾਰੀ ਕੱਪੜੇ ਸੀ ਬਾਬਾ ਜੀ ਨੇ ਉਹ ਪਾ ਲਏ, ਜੋ ਭਾਈ ਗੁਰਦਾਸ ਜੀ ਦਰਸ਼ਨ ਕਰਾ ਰਹੇ ਆ। ਕੱਲੇ ਫੋਟੋਆਂ ਨਾ ਵੇਖਿਓ ਜੀ, ਉਹ ਤੇ ਅਸੀਂ ਬਾਬੇ ਨੂੰ ਉਦਾਂ ਦਾ ਬਣਾਇਆ ਜਿਵੇਂ ਦੇ ਅਸੀਂ ਸੀ, ਕਿਉਂਕਿ ਅਸੀਂ ਬਾਬੇ ਵਰਗੇ ਨਹੀਂ ਸੀ ਨਾ ਬਣ ਸਕਦੇ ਜੀ। ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਉਤਾਰਾ। ਬਹਿ ਗਏ ਮਹਾਰਾਜ ਉੱਥੇ। ਹੁਣ ਉਹਦੀ ਉਦਾਹਰਨ ਇੱਕ ਹੋਰ ਬੜੀ ਪਿਆਰੀ ਮਿਲਦੀ ਹੈ ਵੀ ਜਦੋਂ ਬਾਬਾ ਲਹਿਣਾ ਜੀ ਖੰਡੂਰ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਜਾਂਦੇ ਨੇ, ਤੇ ਤੁਹਾਨੂੰ ਪਤਾ ਕਿ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਨੂੰ ਪਹਿਚਾਨ ਨਹੀਂ ਸਕੇ, ਕਿਉਂਕਿ ਉਹਨਾਂ ਜੇਨ ਚ ਕਲਪਨਾ ਕੀਤੀ ਸੀ ਵੀ ਕੋਈ ਸਾਧੂ ਮਹਾਤਮਾ ਧਰਮਾਤਮਾ, ਉਹਦਾ ਪਹਿਰਾਵਾ, ਉਹਦਾ ਭੇਸ, ਉਹਦੇ ਹੱਥ ਪੈਰ। ਤੇ ਉਹਨਾਂ ਨੇ ਇੱਕ ਕਿਸਾਨ ਆਉਂਦਾ ਵੇਖਿਆ ਖੇਤਾਂ ਚੋਂ, ਤੇ ਜਿਨ੍ਹਾਂ ਨੇ ਕਦੀ ਖੇਤੀ ਕੀਤੀ ਆ ਉਹਨਾਂ ਨੂੰ ਪਤਾ ਹੋਏਗਾ ਵੀ ਕਿਸਾਨ ਜਦੋਂ ਘਰੋਂ ਜਾਂਦਾ ਉਦੋਂ ਹੋਰ ਤਰ੍ਹਾਂ ਦਾ ਹੁੰਦਾ, ਜਦੋਂ ਖੇਤਾਂ ਚੋਂ ਆਉਂਦਾ ਨਾ ਉਦੋਂ ਹੋਰ ਤਰ੍ਹਾਂ ਦਾ ਹੁੰਦਾ। ਇਸ ਗੱਲ ਨੂੰ ਸਮਝਿਓ ਚੰਗੀ ਤਰ੍ਹਾਂ ਜੀ। ਕਿਸਾਨ ਜਦੋਂ ਘਰੋਂ ਖੇਤਾਂ ਨੂੰ ਜਾਂਦਾ ਨਾ ਜੀ, ਉਦੋਂ ਉਹਦਾ ਦਾੜਾ ਇਦਾਂ ਹੀ ਹੁੰਦਾ ਜਿਵੇਂ ਸਾਡਾ, ਪਰ ਜਦੋਂ ਉਹ ਖੇਤਾਂ ਤੋਂ ਘਰ ਨੂੰ ਆਉਂਦਾ ਤੇ ਦਾੜਾ ਮਿੱਟੀ ਨਾਲ ਭਰਿਆ ਹੁੰਦਾ, ਹੱਥ ਪੈਰ ਕੱਪੜੇ, ਕਿਉਂਕਿ ਉਹਦਾ ਕਾਰੋਬਾਰ ਇਦਾਂ ਦਾ ਜੀ। ਹੁਣ ਉਹ ਮਿੱਟੀ ਨਾਲ ਭਰਿਆ ਹੋਇਆ ਦਾੜਾ, ਕਾਰੋਬਾਰ ਵਿੱਚ ਕੱਪੜੇ ਗਲਤਾਨ, ਪੰਡ ਕੱਖਾਂ ਦੀ ਸਿਰ ਤੇ, ਮੋਢੇ ਤੇ ਕਈ, ਹੱਥ 'ਚ ਖੁਰਪਾ, ਜਿੱਦਾਂ ਦੀ ਵੀ ਦਸ਼ਾ ਸੀ। ਇਹ ਕਿਸਾਨ ਤੁਰਿਆ ਆਉਂਦਾ ਤੇ ਬਾਬਾ ਲਹਿਣਾ ਜੀ ਪੁੱਛਦੇ ਨੇ ਵੀ ਮੈਂ ਨਾਨਕ ਬਾਬਾ ਜੀ ਦੇ ਘਰ ਜਾਣਾ। ਉਹ ਕਹਿੰਦੇ ਚੱਲ ਆ। ਤੇ ਘਰ ਜਾ ਕੇ ਪਤਾ ਲੱਗਿਆ ਉਹ ਇਹ ਤੇ ਆਹੀ ਗੁਰੂ ਨਾਨਕ ਸਾਹਿਬ ਨੇ। ਹੁਣ ਸਾਖੀ ਕੀ ਸਿਖਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਹਿਰ ਸੰਸਾਰੀ ਕੱਪੜੇ, ਉਹਨਾਂ ਦਾ ਜੀਵਨ ਦੀ ਸਾਦਗੀ ਸੀ, ਕੋਈ ਅਡੰਬਰ ਨਹੀਂ ਸੀ, ਕੋਈ ਦਿਖਾਵਾ ਨਹੀਂ ਸੀ। ਤੇ ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ, ਅਸੀਂ ਸੋਚਿਆ ਵੀ ਨਾ ਗੁਰੂ ਨਾਨਕ ਸਾਹਿਬ ਵਰਗੇ ਤੇ ਬਣ ਨਹੀਂ ਸਕਦੇ, ਵੀ ਸਾਡੇ ਤੇ ਹੱਥਾਂ ਨੂੰ ਘੱਟਾ ਨਹੀਂ ਲੱਗਣਾ ਚਾਹੀਦਾ, ਸਾਡੀ ਤੇ ਜੁੱਤੀ ਵੀ ਕੋਈ ਫੜ ਕੇ ਜਰਾਬਾਂ ਪਾਏਗਾ ਸਾਡੇ, ਹੈਨਾ। ਤੇ ਅਸੀਂ ਗੁਰੂ ਨਾਨਕ ਸਾਹਿਬ ਵਰਗੇ ਬਣਨ ਦੀ ਬਜਾਏ, ਜਿਨ੍ਹਾਂ ਦੇ 18 ਸਾਲ ਮਿਹਨਤ ਕਰਕੇ ਹੱਥ ਪੈਰ ਅੱਡੀਆਂ ਫਟੀਆਂ ਹੋਣਗੀਆਂ, ਖੇਤਾਂ ਚੋਂ ਕੱਖ ਕੱਢਦੇ ਆ, ਬਾਬਾ ਲਹਿਣਾ ਜੀ ਦੇ ਵੀ ਸਿਰ ਤੇ ਪੰਡ ਰੱਖਦੇ ਆ, ਤੇ ਬਾਬਾ ਲਹਿਣਾ ਜੀ ਦੇ ਵੀ ਚਿੱਕੜ ਚੋ ਕੇ ਪੈਂਦਾ। ਹੁਣ ਅਸੀਂ ਕਿਹਾ ਵੀ ਨਾ ਸਾਡੇ ਕੋਲੋਂ ਤੇ ਇਹ ਨਹੀਂ ਹੋਣਾ, ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਵਰਗਾ ਬਣਾ ਲਿਆ ਕਿ ਬਾਬਾ ਜੀ ਦੀ ਫੋਟੋ ਬਣਾਈ, ਅੱਗੇ 2 ਦਰਜਨਾਂ ਕੇਲੇ ਰੱਖੇ, ਸੇਬ ਰੱਖੇ, ਫੁੱਲ ਰੱਖੇ, ਹੈਨਾ, ਇੱਧਰ 2 ਮੋਰ ਪੰਛੀ, ਤੇ ਬਾਬਾ ਜੀ ਪੋਲੇ ਜਿਹੇ ਹੱਥਾਂ ਨਾਲ ਇਦਾਂ ਬੈਠੇ ਹੋਏ। ਮਤਲਬ ਕੀ ਸੀ ਕਿ ਅਸੀਂ ਗੁਰੂ ਨਾਨਕ ਤੇਰੇ ਵਰਗੇ ਨਹੀਂ ਬਣ ਸਕਦੇ, ਤੈਨੂੰ ਆਪਣੇ ਵਰਗਾ ਬਣਾਵਾਂਗੇ। ਨਹੀਂ ਜੀ, ਜੇ ਅਸੀਂ ਸਿੱਖਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਲੈ ਕੇ
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਚਾਲ ਤੇ ਚੱਲਣਾ ਪਏਗਾ, ਉਦਾਂ ਦੇ ਬਣਨਾ ਪਏਗਾ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਗੁਣ ਨੇ ਜਿਹੜੇ ਤੁਸੀਂ ਧਾਰਨ ਕਰਨੇ, ਆਪਾਂ ਧਾਰਨ ਕਰਨੇ, ਕਿ ਉਹ ਕਿਤੇ ਵੀ ਵਿਵਾਦ ਨਹੀਂ ਕਰਦੇ, ਮੁਤੱਸਬ ਨਹੀਂ, ਝਗੜਾ ਨਹੀਂ, ਕੱਟੜਤਾ ਨਹੀਂ। ਉਹ ਮੰਦਰ ਵਿੱਚ ਵੀ ਜਾ ਰਹੇ ਨੇ, ਉਹ ਮਸੀਤ ਵਿੱਚ ਵੀ ਜਾ ਰਹੇ ਨੇ, ਜਾ ਕੇ ਕੀ ਕਰ ਰਹੇ ਨੇ? ਵਿਚਾਰ ਦੇ ਰਹੇ ਆ, ਵਿਚਾਰ। ਤੇ ਉਹਨਾਂ ਦੀ ਵਿਚਾਰ ਦਾ ਜੇ ਕੋਈ ਤੁਹਾਨੂੰ ਪੁੱਛੇ ਵੀ ਸਾਰੀ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਚਾਰ ਦਾ ਤੱਤ ਕੀ ਹੈ, ਨਿਚੋੜ ਕੀ ਹੈ, ਕੀ ਦੱਸਾਂਗੇ ਆਪਾਂ? 50-50, 60-60 ਸਾਲ ਜੇ ਅਸੀਂ ਗੁਰੂ ਨਾਨਕ ਸਾਹਿਬ ਬਾਰੇ ਸੁਣਦਿਆਂ ਨੂੰ ਹੋ ਗਿਆ, ਕੀ ਦੱਸਾਂਗੇ ਅਸੀਂ ਜੀ? ਸਾਨੂੰ 2-2, 4-4 ਘੰਟੇ ਸਾਖੀਆਂ, ਗੱਲਾਂ, ਸਭ ਕੁਝ ਸੁਣਿਆ। ਮਹਾਰਾਜ ਦੀ ਸਾਰੀ ਵਿਚਾਰ ਦਾ ਤੱਤ ਕੀ ਹੈ? ਜਦੋਂ ਇਹ ਸੁਣੇ, ਹੁਣ ਧਿਆਨ ਨਾਲ ਗੁਰਮਖੋ, ਜਦੋਂ ਅੱਗ ਲੱਗੀ ਬਾਬਾ ਵੇਖਦਾ ਨਾ ਜੀ, ਮੁਤੱਸਬ ਦੀ ਅੱਗ, ਨਫ਼ਰਤ ਦੀ ਅੱਗ, ਊਚ ਨੀਚ ਦੀ ਅੱਗ, ਸੁੱਚ ਪਿੱਟ ਦੀ ਅੱਗ, ਵਹਿਮ ਭਰਮ ਦੀ ਅੱਗ, ਅਗਿਆਨਤਾ ਦੀ ਅੱਗ, ਤੇ ਬਾਬਾ ਜੀ ਪਤਾ ਕੀ ਕਰਦੇ ਆ? ਉਸ ਅੱਗ ਤੇ ਪਾਣੀ ਪਾ ਦਿੰਦੇ ਆ। ਦਰਸ਼ਨ ਹੋਏ ਕਦੀ ਪਾਣੀ ਪਾਉਂਦਿਆਂ ਦੇ? ਪਤਾ, ਹੁਣ ਪਾਣੀ ਦੀ ਬਾਲਟੀ ਨਹੀਂ ਲਿਆਉਂਦੇ ਬਾਬਾ ਜੀ। ਪਾਣੀ ਮਤਲਬ ਸੀਤਲ ਕਰਨ ਵਾਲਾ ਸਾਧਨ, ਅੱਗ ਬੁਝਾਉਣ ਵਾਲਾ ਸਾਧਨ। ਤੇ ਉਹ ਕੀ ਹੈ? ਗੁਰੂ ਕੀ ਬਾਣੀ, ਗੁਰੂ का ਸ਼ਬਦ। ਗੁਰੂ ਨਾਨਕ ਸਾਹਿਬ ਇੱਕ ਸ਼ਬਦ ਵਰਤਦੇ ਆ, ਇੱਕ ਸ਼ਬਦ, ਇੱਕ ਓੰਕਾਰ। ਸਾਰੀ ਨਫ਼ਰਤ, ਸਾਰਾ ਮੁਤੱਸਬ, ਸਾਰੀ ਇੱਕ ਦੂਜੇ ਪ੍ਰਤੀ ਘਿਰਣਾ, ਮੇਰਾ ਰੱਬ ਵੱਡਾ, ਤੇਰਾ ਰੱਬ ਛੋਟਾ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮ। ਉਹ ਜਿਹੜੀ ਪੱਛਮ ਤੇ ਦੱਖਣ ਵਾਲੀ ਲੜਾਈ ਸੀ ਨਾ, ਸਿਰਫ ਸ਼ਬਦ ਕੀ ਵਰਤਦੇ ਆ? ਇੱਕ ਓੰਕਾਰ। ਤੇ ਕਾਰ ਦੱਸਦੀ ਵੀ ਸਾਰਿਆਂ 'ਚ ਵਿਆਪਕ ਹੈ। ਨਾ ਉਹ ਕੱਲਾ ਮਸੀਤ 'ਚ ਹੈ, ਨਾ ਉਹ ਕੱਲਾ ਮੰਦਰ 'ਚ ਹੈ, ਨਾ ਉਹ ਕੱਲਾ ਪੱਛਮ 'ਚ ਹੈ, ਨਾ ਉਹ ਕੱਲਾ ਦੱਖਣ 'ਚ ਹੈ, ਉਹ ਸਾਰਿਆਂ ਵਿੱਚ ਹੈ। ਤੇ ਦੋ ਵੱਖਰੇ ਵੱਖਰੇ ਨਹੀਂ ਹਨ, ਇੱਕ ਹੈ। ਇਸ ਲਈ ਗੁਰੂ ਨਾਨਕ ਦੀ ਵਿਚਾਰ ਸਭ ਤੋਂ ਵੱਖਰੀ ਹੈ ਜੀ। ਤਾਂ ਉਹਨਾਂ ਨੇ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਮੈਂ ਪੱਛਮ ਵਾਲਾ ਨਾ ਮੈਂ ਦੱਖਣ ਵਾਲਾ, ਨਾ ਮੈਂ ਹਰੀ ਵਾਲਾ ਨਾ ਮੈਂ ਅੱਲਾ ਵਾਲਾ, ਮੈਂ ਤੇ ਇੱਕ ਵਾਲਾ ਹਾਂ। ਤੇ ਜੇ ਅਸੀਂ ਗੁਰੂ ਨਾਨਕ ਦੀ ਵਿਚਾਰ ਨੂੰ ਅੱਜ ਸਮਝ ਲਈਏ, ਦੁਨੀਆ ਨੂੰ ਸਮਝਾ ਲਈਏ, ਤੇ ਗੁਰਮਖੋ ਸਾਰੀ ਦੁਨੀਆ ਦੇ ਉੱਤੇ ਸ਼ਾਂਤੀ ਆ ਜਾਏਗੀ, ਸੁੱਖ ਆ ਜਾਏਗਾ। ਬੜੀ ਸ਼ਾਂਤ। ਮਹਾਰਾਜ ਤੁਸੀਂ ਸਾਰਾ ਜੀਵਨ ਵੇਖੋ, ਹੱਥ ਜੁੜਦੇ ਆ, ਸਿਰ ਝੁਕਦਾ, ਐਵੇਂ ਥੋੜੇ ਝੁਕਦੇ ਨੇ ਲੋਕ। ਬਾਬੇ ਕੋਲ ਇੱਕ ਹਥਿਆਰ ਹੈ ਬੜਾ ਤਗੜਾ। ਗੁਰੂ ਨਾਨਕ ਸਾਹਿਬ ਜਦੋਂ ਜਾਂਦੇ ਨੇ ਨਾ ਜੋਗੀਆਂ ਕੋਲ, ਜਦੋਂ ਜਾਂਦੇ ਨੇ ਮੱਕੇ ਵਿੱਚ, ਜਦੋਂ ਜਾਂਦੇ ਨੇ ਹਰਿਦੁਆਰ, ਤੇ ਗੁਰੂ ਨਾਨਕ ਸਾਹਿਬ ਕੋਲ ਇੱਕ ਹਥਿਆਰ ਹੈ। ਬਾਬਾ ਜੀ ਕਹਿੰਦੇ ਬਾਣੀ ਚਾਪ, ਜਿਹਦਾ ਵਾਰ ਇਹੋ ਜਿਹਾ ਹੁੰਦਾ ਵੀ ਜਿਹਦੇ ਮਾਰਦੇ ਨੇ ਉਹ ਥਾਂ ਚਿੱਤ ਹੋ ਜਾਂਦਾ। ਉਸ ਹਥਿਆਰ ਦੇ ਦਰਸ਼ਨ ਹੋਏ ਕਦੀ ਤੁਹਾਨੂੰ? ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਨੂੰ ਹੋਏ ਦਰਸ਼ਨ। ਗੁਰੂ ਸਾਹਿਬ ਕਹਿੰਦੇ ਮੇਰੇ ਕੋਲ ਗਦਾ ਹੈ। ਗਦਾ, ਗਦਾ ਮਤਲਬ ਗੁਰਜ। ਕਿਹੜਾ ਗੁਰਜ ਜੀ ਭਲਾ? ਬੋਲਿਓ ਪੰਕਤੀ। ਹਾਂਜੀ, ਆਉਂਦੀ ਪੰਕਤੀ ਜੀ? ਬੋਲਿਓ। ਗਰੀਬੀ ਗਦਾ ਹਮਾਰੀ, ਗਰੀਬੀ। ਬਾਬਾ ਪੈਦਾ ਸੱਚਖੰਡ, ਤੇ ਉੱਥੋਂ ਕਿਹੜੀ ਸ਼ਕਤੀ ਲੈ ਕੇ ਆਇਆ ਬਾਬਾ ਸੱਚਖੰਡ ਚੋਂ? ਨੌ ਨਿਧ ਨਾਮ ਗਰੀਬੀ ਪਾਈ। ਆ ਜਿਹੜੀ ਹਿਰਦੇ ਦੀ ਨਿਮਰਤਾ ਸੀ ਨਾ, ਜਿਹੜੇ ਠੁੱਡੇ ਮਾਰਨ ਵਾਲੇ ਸੀ, ਜਿਹੜੇ ਭੂਤਨਾ ਤੇ ਬੇਤਾਲਾ ਕਹਿਣ ਵਾਲੇ ਸੀ, ਬਾਬਾ ਜੀ ਨੇ ਗੁਰਜ ਫੜਿਆ ਗਰੀਬੀ ਦਾ, ਨਿਮਰਤਾ ਦਾ। ਤੇ ਜਦੋਂ ਮਹਾਰਾਜ ਜੀ ਉਹ ਹੰਕਾਰੀਆਂ ਮੁਤੱਸਬੀਆਂ ਦੇ ਅੱਗੇ ਨਿਮਰਤਾ ਲੈ ਕੇ ਖੜੇ ਹੁੰਦੇ ਆ, ਤੇ ਸਾਰਿਆਂ ਦੇ ਜ਼ੁਬਾਨ ਨੂੰ ਤਾਲੇ ਵੱਜ ਜਾਂਦੇ ਆ। ਦੇਖੋ ਨਾ ਜੀ, ਮਹਾਰਾਜ ਦਾ ਠਰਮਾ ਵੇਖੋ ਕੈਸਾ ਹੈ, ਧੀਰਜ ਕੈਸਾ ਹੈ ਜੀ। ਜੋਗੀਆਂ ਨੂੰ ਤੇ ਉਮਰ ਦਾ ਹੀ ਬੜਾ ਹੰਕਾਰ ਸੀ ਨਾ, ਵੀ 100 ਸਾਲ ਦੇ ਤੇ ਅਸੀਂ ਸਾਹ ਰੋਕੇ ਹੋਏ ਆ, ਸਾਡੀਆਂ ਜਟਾਂ, ਸਾਡੇ ਸਰੀਰ ਪਿੰਜਰ ਹੋ ਗਏ, ਸਾਡਾ ਤਪ, ਸਾਡੀ ਸਾਧਨਾ। ਤੇ ਉਹ ਗੁਰੂ ਨਾਨਕ ਸਾਹਿਬ ਨੂੰ ਬੁਲਾਉਂਦੇ ਹੀ ਓਏ ਬੱਚਿਆ ਕਹਿ ਕੇ, ਸੁਣ ਬਾਲੇ, ਉਹ ਬੱਚਿਆ ਸੁਣ। ਮਹਾਰਾਜ ਗੁੱਸਾ ਨਹੀਂ ਕਰਦੇ, ਗੁਰੂ ਸਾਹਿਬ ਨਹੀਂ ਕਹਿੰਦੇ, ਉਹ ਕਹਿੰਦੇ ਕੋਈ ਗੱਲ ਨਹੀਂ,
ਮੈਨੂੰ ਤੁਸੀਂ ਭਾਵੇਂ ਬੱਚਿਆ ਕਹੋ, ਭਾਵੇਂ ਬੇਤਾਲਾ ਕਹੋ, ਭਾਵੇਂ ਭੂਤਨਾ ਕਹੋ, ਮੇਰੀ ਗੱਲ ਸੁਣ ਲਓ ਇੱਕ ਵਾਰੀ। ਤੇ ਸੁਣਾਉਂਦੇ ਕਿਵੇਂ ਨੇ ਗੁਰੂ ਨਾਨਕ ਸਾਹਿਬ? ਮਰਦਾਨਾ ਜੀ ਦੀ ਰਬਾਬ ਤੇ ਗੁਰੂ ਨਾਨਕ ਦਾ ਸ਼ਬਦ। ਤੇ ਜਦੋਂ ਗੁਰੂ ਨਾਨਕ ਦਾ ਸ਼ਬਦ ਗੂੰਜਦਾ, ਸਵਾਲਾਂ ਦੇ ਜਵਾਬ ਮਿਲਦੇ ਆ, ਸ਼ੰਕੇ ਨਿਵਰਤ ਹੁੰਦੇ ਆ। ਤੇ ਜਿਹੜੇ ਹੰਕਾਰ ਦੇ ਵਿੱਚ ਅਸਮਾਨੀ ਉੱਡਦੇ ਸੀ ਨਾ, ਅਸਮਾਨੀ ਤਾਰੇ ਤੋੜਦੇ ਸੀ, ਜਿਹੜੇ ਕਹਿੰਦੇ ਸੀ ਇਹ ਬੱਚਾ ਕੀ ਸਾਡੇ ਨਾਲ ਗੱਲ ਕਰੇਗਾ, ਹੰਕਾਰ ਵਿੱਚ ਅਸਮਾਨੀ ਉੱਡਦੇ ਸੀ, ਤੇ ਬਾਬੇ ਦੇ ਸ਼ਬਦ ਦੇ ਪ੍ਰਤਾਪ ਸਾਹਮਣੇ ਸ਼ੰਕਿਆਂ ਤੋਂ ਨਿਵਰਤ ਹੋ ਕੇ ਚਰਨਾਂ ਤੇ ਢਹਿ ਕੇ ਕਹਿੰਦੇ ਨੇ, ਧੰਨ ਨਾਨਕ ਤੇਰੀ ਸਿੱਧ ਬੋਲਣ ਸ਼ੁਭ ਬਚਨ। ਹੁਣ ਜਿਹੜੇ ਕੌੜੇ ਬਚਨ ਬੋਲ ਰਹੇ ਸੀ, ਜਿਹੜੇ ਈਰਖਾ ਨਫ਼ਰਤ ਦੇ ਬਚਨ ਬੋਲ ਰਹੇ ਸੀ, ਤੇ ਜਦੋਂ ਬਾਬੇ ਦੇ ਉਹਨਾਂ ਨੇ ਸੁਣੇ ਬੋਲ, ਤੇ ਫਿਰ ਝੁਕ ਕੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਆ ਸੀ ਬਾਬੇ ਦੀ ਗੁਰਜ ਸਾਧ ਸੰਗਤ, ਬੜੀ ਪੋਜ਼ਿਟਿਵ ਥਿੰਕਿੰਗ, ਬੜਾ ਹੀ ਪਿਆਰਾ ਜਿਹਾ ਤਰੀਕਾ ਹੈ ਸੰਵਾਦ ਦਾ, ਔਰ ਇੰਨੇ ਠਰਮੇ ਨਾਲ, ਇੰਨੇ ਸਹਿਜ ਨਾਲ। ਉਹਦਾ ਇੱਕ ਕਾਰਨ ਸੀ ਸਾਧ ਸੰਗਤ, ਅਸੀਂ ਕਿਉਂ ਨਹੀਂ ਕਰ ਪਾ ਰਹੇ ਭਲਾ? ਤੇ ਜੋ ਮੈਨੂੰ ਕਮੀ ਮਹਿਸੂਸ ਹੁੰਦੀ ਹੈ, ਪਹਿਲੀ ਕਮੀ ਇਹ ਮਹਿਸੂਸ ਹੁੰਦੀ ਹੈ ਕਿ ਸੰਵਾਦ ਵਾਸਤੇ ਬੜਾ ਵੱਡਾ ਸਬਰ ਚਾਹੀਦਾ ਹੁੰਦਾ ਹੈ। ਡਿਸਕਸ਼ਨ ਵਾਸਤੇ, ਟੇਬਲ ਟਾਕ ਵਾਸਤੇ ਅੰਦਰ ਨਾ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਹੈ। ਸੁਣਨ ਦਾ ਮਾਦਾ ਚਾਹੀਦਾ ਹੈ, ਸੁਣਾਉਣ ਵਾਸਤੇ ਸਮਰੱਥਾ ਚਾਹੀਦੀ ਹੈ। ਤੇ ਜੇ ਸੁਣਾਉਣ ਲਈ ਕੁਝ ਨਾ ਹੋਵੇ, ਸੁਣਨ ਦਾ ਮਾਦਾ ਨਾ ਹੋਵੇ, ਤੇ ਫਿਰ ਅਸੀਂ ਡਾਂਗ ਚੁੱਕ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਡਾਂਗ ਨਹੀਂ ਚੁੱਕਣੀ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਦੂਜਾ ਜਿਹੜਾ ਕਾਰਨ ਹੈ, ਦੋ ਗੱਲਾਂ ਮੈਨੂੰ ਨਜ਼ਰ ਆਉਂਦੀਆਂ ਵੀ ਅੱਜ ਇਹ ਅਸੀਂ ਪੱਲਾ ਕਿਉਂ ਛੱਡ ਦਿੱਤਾ ਜੀ। ਵੇਖੋ, ਔਰੰਗਜ਼ੇਬੀ ਤਰੀਕੇ ਨਾਲ ਧਰਮ ਨਹੀਂ ਲਾਗੂ ਹੁੰਦਾ। ਵਿਚਾਰ ਨੂੰ ਔਰੰਗਜ਼ੇਬੀ ਤਰੀਕੇ ਨਾਲ ਨਹੀਂ ਲਾਗੂ ਹੋ ਸਕਦਾ ਵੀ ਤੂੰ ਜੇ ਮੇਰੀ ਵਿਚਾਰ ਨਾਲ ਨਹੀਂ ਸਹਿਮਤ ਤੇ ਮੈਂ ਫਿਰ ਡਾਂਗ ਲੈ ਕੇ ਖੜਾ। ਏਦਾਂ ਨਹੀਂ ਹੁੰਦਾ ਜੀ। ਏਦਾਂ ਲੋਕੀ ਅੱਜ ਜਿਹੜਾ ਰਾਸ਼ਟਰ ਦਾ ਰੂਪ ਵਿਗਾੜਨ ਦਾ ਯਤਨ ਕਰ ਰਹੇ ਆ, ਏਦਾਂ ਥੋੜੀ ਹੁੰਦਾ ਜੀ। ਇਹ ਤੇ ਗੁਣ ਹੈ, ਗੁਣ ਜਿਹਨੂੰ ਚੰਗਾ ਲੱਗਦਾ ਉਹ ਅਖਤਿਆਰ ਕਰਦਾ। ਅਸੀਂ ਕਿਉਂ ਨਹੀਂ ਕਰ ਪਾ ਰਹੇ ਬਾਬੇ ਵਾਂਗ? ਪਹਿਲਾ ਗੁਣ ਚਾਹੀਦਾ ਸੀ ਸਬਰ, ਤੇ ਗੁਰਮੁਖੋ ਦੂਜਾ ਗੁਣ ਜਿਹੜਾ ਚਾਹੀਦਾ ਸੀ ਨਾ ਜੀ, ਸੰਵਾਦ ਵਾਸਤੇ ਠਰਮਾ ਤੇ ਚਾਹੀਦਾ ਹੀ ਚਾਹੀਦਾ ਸੀ, ਧੀਰਜ ਤੇ ਚਾਹੀਦਾ ਹੀ ਚਾਹੀਦਾ ਸੀ। ਪਰ ਜਿਹੜੀ ਦੂਜੀ ਵੱਡੀ ਗੱਲ ਚਾਹੀਦੀ ਸੀ ਸੰਵਾਦ ਵਾਸਤੇ, ਉਹ ਸੀ ਪਹਿਲਾਂ ਆਪ ਕਮਾਉਣਾ ਤੇ ਫਿਰ ਦੂਜੇ ਨੂੰ ਪ੍ਰਭਾਵਿਤ ਕਰਨਾ। ਇੱਕ ਹੋਰ ਮੇਰੇ ਧਿਆਨ 'ਚ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ। ਜਦੋਂ ਗੁਰੂ ਨਾਨਕ ਸਾਹਿਬ ਕਿਸੇ ਮੇਲੇ 'ਚ ਕਿਸੇ ਪਾਂਡੇ ਨਾਲ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਵਾਦ ਕੀਤਾ ਉਹ ਹੇਠਲੇ ਲੋਕਾਂ ਨਾਲ, ਆਮ ਲੋਕਾਂ ਨੂੰ ਨਹੀਂ ਕੁਝ ਵੀ ਕਿਹਾ। ਜਿਹੜੇ ਚੋਟੀ ਦੇ ਸੀ ਨਾ ਗਿਆਨ, ਭਾਵੇਂ ਉਹ ਹਰਿਦੁਆਰ ਦਾ ਸੁਪਰੀਮੋ, ਉਹਨਾਂ ਨੂੰ ਫੜਿਆ। ਜੋਗੀਆਂ ਦਾ ਸੁਪਰੀਮੋ ਜਿਹੜਾ ਟੌਪ ਦੀ ਪਦਵੀ ਵਾਲਾ ਸੀ, ਕਾਜ਼ੀਆਂ ਦਾ ਉੱਥੇ ਜਾ ਕੇ। ਹੁਣ ਉਹ ਜਦੋਂ ਉਹਦੇ ਨਾਲ ਡਿਸਕਸ਼ਨ ਕੀਤੀ, ਤੇ ਸਾਡੇ ਵਿੱਚ ਤੇ ਗੁਰੂ ਨਾਨਕ 'ਚ ਫਰਕ ਕੀ ਹੈ? ਜੇ ਸਾਨੂੰ 4 ਅੱਖਰ ਆਉਂਦੇ ਹੋਣ ਨਾ, ਤੇ ਅਸੀਂ ਪਤਾ ਕੀ ਕਿਉਂ ਡਿਸਕਸ਼ਨ ਕਰਦੇ ਹਾਂ? ਕਿ ਮੈਂ ਇਹਨੂੰ ਨੀਵਾਂ ਦਿਖਾਉਣਾ, ਕਿ ਵੇਖਿਆ ਮੈਨੂੰ ਜ਼ਿਆਦਾ ਪਤਾ ਸੀ, ਤੈਨੂੰ ਨਹੀਂ ਪਤਾ। ਪਰ ਗੁਰੂ ਨਾਨਕ ਸਾਹਿਬ ਜੀ ਇਦਾਂ ਸੰਵਾਦ ਨਹੀਂ ਸੀ ਕਰਦੇ। ਉਹ ਇਹ ਨਹੀਂ ਸੀ ਕਹਿੰਦੇ ਕਿ ਮੈਨੂੰ ਨੀਵਾਂ ਦਿਖਾਉਣਾ, ਉਹ ਕਹਿੰਦੇ ਸੀ ਮੈਂ ਇਹਦਾ ਭਲਾ ਕਰਨਾ। ਕਿ ਜੇ ਇਹ ਅਗਿਆਨਤਾ ਵਿੱਚ ਹੈ, ਜੇ ਇਹ ਬੇਸਮਝੀ ਵਿੱਚ ਹੈ, ਫਿਰ ਇਹਨੂੰ ਮੈਂ ਉਸ ਅਗਿਆਨਤਾ ਚੋਂ ਕੱਢਣਾ। ਇਹਦੀ ਹੇਠੀ ਨਹੀਂ ਕਰਨੀ, ਇਹਦੀ ਤੋਹੀਨ ਨਹੀਂ ਕਰਨੀ, ਬਲਕਿ ਇਹਦਾ ਭਲਾ ਕਰਨਾ। ਤੇ ਜਦੋਂ ਨੀਅਤ ਭਲਾ ਕਰਨ ਦੀ ਸੀ ਨਾ ਜੀ, ਉਦੋਂ ਆਪਣੇ ਆਪ ਝਗੜੇ ਮੁੱਕ ਜਾਂਦੇ ਸੀ। ਨੀਅਤ ਜੇ ਚੰਗੀ ਸੀ। ਕਈ ਵਾਰੀ ਇਕੱਠਾ ਕਰਦਿਆਂ ਨੀਅਤ ਮਾੜੀ ਹੁੰਦੀ ਹੈ ਵੀ ਮੈਂ ਤੇ ਭਾਈ ਬੇਇੱਜ਼ਤੀ ਕਰਨੀ ਆ ਅਗਲਿਆਂ ਦੀ। ਤੇ ਮਾੜੀ ਨੀਅਤ ਨਾਲ ਜਦੋਂ ਅਸੀਂ ਗੱਲ ਕਰਾਂਗੇ, ਨਾ ਆਪਣੇ ਆਪ ਨੂੰ ਚੈਨ ਆਉਣਾ, ਨਾ ਸੁਣਨ ਵਾਲੇ ਨੂੰ ਚੈਨ ਆਉਣਾ। ਨੀਅਤ ਤਾਂ ਮੈਂ ਬੇਨਤੀ ਕੀਤੀ ਸੀ ਕਿ ਬੋਲਣ ਵਾਲੇ ਦੀ ਨੀਅਤ ਠੀਕ ਹੋਵੇ। ਗੱਲਾਂ ਉਹੀ ਨੇ ਗੁਰੂ ਦੇ ਗਿਆਨ ਦੀਆਂ, ਪਰ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ, ਬੇਪਤ ਕਰਨ ਵਾਸਤੇ ਨਹੀਂ, ਬਲਕਿ ਗੁਰੂ ਨਾਨਕ ਕਹਿੰਦੇ ਮਨੁੱਖਤਾ ਦਾ ਭਲਾ ਕਰਨ ਵਾਸਤੇ।
ਜੋ ਸ਼ੁਰੂਆਤ ਕਿੱਥੋਂ ਕੀਤੀ, ਮੈਂ ਫਿਰ ਉੱਥੇ ਲੈ ਕੇ ਆਵਾਂ ਤੁਹਾਡੀ ਸੋਚ ਨੂੰ, ਆਪਣੇ ਘਰ ਤੋਂ। ਘਰ ਵਿੱਚ ਕੀ ਹੈ? ਅੱਜ ਜੰਝੂ ਪੈਣਾ, ਬਾਬਾ ਜੀ ਨੇ ਪਾਉਣਾ ਨਹੀਂ ਹੈ। ਹੁਣ ਇੱਥੇ ਮੈਂ ਭੈਣਾਂ ਨੂੰ ਗੱਲ ਥੋੜੀ ਜਿਹੀ ਕਰਨੀ ਚਾਹੁੰਦਾ। ਇੱਕ ਹੁੰਦੇ ਆ ਰੀਤੀ ਰਿਵਾਜ, ਹੁੰਦੇ ਨਾ ਜੀ, ਸਾਡੀ ਬਰਾਦਰੀ, ਸਾਡਾ ਪਰਿਵਾਰ, ਸਾਡਾ ਖਾਨਦਾਨ, ਸਾਡਾ ਪਿੰਡ, ਸਾਡਾ ਇਲਾਕਾ, ਤੇ ਅਸੀਂ ਕਹਿੰਦੇ ਜੀ ਮਜਬੂਰੀ ਹੈ ਜੀ, ਰੀਤੀ ਰਿਵਾਜ ਬਣੇ ਆ ਜੀ, ਸਾਨੂੰ ਕਰਨਾ ਪੈਂਦਾ। ਗੁਰੂ ਨਾਨਕ ਨੇ ਜਿੱਦਣ ਧਰਮ ਦੀ ਨੀਂਹ ਰੱਖੀ ਨਾ, ਉਦਣ ਪਹਿਲਾ ਕੰਮ ਕੀ ਕੀਤਾ ਕਿ ਮੈਂ ਰੀਤੀ ਰਿਵਾਜਾਂ ਦਾ ਗੁਲਾਮ ਨਹੀਂ ਹਾਂ। ਜੇ ਰੀਤੀ ਰਿਵਾਜ ਹੀ ਮੰਨਣੇ ਹੁੰਦੇ ਤੇ ਚੁੱਪ ਕਰਕੇ ਜੰਝੂ ਪਾ ਲੈਂਦੇ ਹੋ, ਤੇ ਸਿੱਖੀ ਨਹੀਂ ਸੀ ਪ੍ਰਗਟ ਹੋਣੀ ਜੀ। ਉਹਨਾਂ ਨੇ ਬੜੇ ਦਲੀਲ ਨਾਲ ਗੱਲ ਕੀਤੀ ਜੀ। ਪਾਂਦਾ ਜੀ ਨੂੰ ਪੁੱਛਦੇ ਆ, ਮੈਂ ਸੰਖੇਪ ਕਰਾਂ ਇਹਨੂੰ ਬਾਤ ਨੂੰ, ਵੀ ਪਾਂਦਾ ਜੀ ਜੋ ਤੁਸੀਂ ਤਾਗਾ ਮੇਰੇ ਪਾਉਣ ਲੱਗੇ ਹੋ, ਹਰਦਿਆਲ ਪੰਡਤ, ਇਹ ਮੇਰੇ ਕਿਉਂ ਪਾਉਣ ਲੱਗੇ ਹੋ ਤੱਗ? ਉਹ ਕਹਿੰਦੇ ਜੀ ਪਹਿਲੀ ਗੱਲ ਤੇ ਪੁੱਛਣਾ ਹੀ ਬੜੀ ਵੱਡੀ ਗੱਲ ਸੀ, ਅੱਜ ਤੱਕ ਕੋਈ ਪੁੱਛ ਹੀ ਨਹੀਂ ਸੀ ਸਕਿਆ। ਸਾਰਿਆਂ ਨੂੰ ਇਹ ਹੁੰਦਾ ਸੀ ਵੀ ਜੋ ਕਹਿ ਦਿੱਤਾ ਜੀ, ਇਹ ਵੱਡੇ ਨੇ, ਧਾਰਮਿਕ ਆਗੂ ਨੇ, ਇਹਨਾਂ ਨੇ ਜੋ ਕਹਿ ਦਿੱਤਾ ਅਸੀਂ ਪੁੱਛ ਨਹੀਂ ਸਕਦੇ। ਮਹਾਰਾਜ ਕਹਿੰਦੇ ਨਹੀਂ ਭਾਈ, ਪੁੱਛਣਾ ਤੁਹਾਡਾ ਅਧਿਕਾਰ ਹੈ। ਅਸੀਂ ਅੱਜ ਤੱਕ ਕਹਿੰਦੇ ਆ ਵੀ ਨਹੀਂ ਨਹੀਂ ਜੀ, ਵੇਖੋ ਜੀ ਗਿਆਨੀ ਜੀ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਬਾਬਾ ਜੀ ਫਲਾਣੇ ਡੇਰੇ ਤੋਂ ਆਏ ਨੇ, ਉਹਨਾਂ ਦੇ ਅੱਗੇ ਸਵਾਲ ਕਰਾਂਗੇ। ਗੁਰੂ ਨਾਨਕ ਸਾਹਿਬ ਨੇ ਕੀਤਾ ਤੇ ਸਾਨੂੰ ਅਧਿਕਾਰ ਦਿੱਤਾ, ਸਾਡੇ ਲਈ ਦਰਵਾਜ਼ਾ ਖੋਲਿਆ ਵੀ ਤੁਸੀਂ ਪੁੱਛ ਸਕਦੇ ਹੋ। ਵੀ ਮੈਂ ਵੀ ਪੁੱਛਿਆ, ਕਹਿੰਦੇ ਵੀ ਪਾਂਦਾ ਜੀ ਮੇਰੇ ਗਲ ਵਿੱਚ ਕਿਉਂ ਪਾ ਰਹੇ ਹੋ? ਵੇਖੋ ਮੇਰੀ ਬੇਨਤੀ ਹੈ ਭੈਣੋ, ਧੱਕੇ ਨਾਲ ਬੱਚਿਆਂ ਨੂੰ, ਧੱਕਾ ਕਰਕੇ ਨਹੀਂ, ਮੱਥਾ ਟੇਕਣ ਦਾ ਅਰਥ ਦੱਸੋ ਵੀ ਮੱਥਾ ਕਿਉਂ ਟੇਕ ਰਹੇ ਆ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਮੰਨ ਰਹੇ ਹਾਂ? ਕਿਉਂਕਿ ਇੱਥੋਂ ਸਾਨੂੰ ਜੀਵਨ ਦੀ ਸੋਝੀ ਮਿਲ ਰਹੀ ਹੈ, ਸਾਨੂੰ ਖਾਣ ਦੀ ਸਮਝ ਮਿਲ ਰਹੀ ਹੈ, ਸਾਨੂੰ ਪਹਿਨਣ ਦੀ ਸਮਝ ਮਿਲ ਰਹੀ ਹੈ, ਸਾਨੂੰ ਸਮਾਜ 'ਚ ਜਿਉਣ ਦੀ, ਕਮਾਉਣ ਦੀ, ਤੁਰਨ ਦੀ, ਤੱਕਣ ਦੀ ਸਮਝ ਮਿਲ ਰਹੀ ਹੈ। ਤਾਂ ਕਰਕੇ ਅਸੀਂ ਸਿਰ ਝੁਕਾਉਂਦੇ ਹਾਂ ਵੀ ਸ਼ੁਕਰ ਤੇਰਾ, ਤੂੰ ਸਾਨੂੰ ਕੀ ਦੇ ਰਿਹਾ? ਗੁਰੂ ਦੁਆਰਾ ਹੋਏ ਸੋਝੀ। ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਮੱਥਾ ਕਿਉਂ ਟੇਕ ਰਹੇ ਆ। ਤੇ ਜੇ ਉਹਨਾਂ ਨੇ ਪੁੱਛਿਆ, ਅਸੀਂ ਚਪੇੜ ਮਾਰ ਕੇ ਚੁੱਪ ਕਰਾ ਤਾਂ ਸਵਾਲ ਕਰਦਾ ਨਹੀਂ ਬਈ। ਬਾਬਾ ਜੀ ਕਹਿੰਦੇ ਪੁੱਛਣਾ ਹੈ। ਤੇ ਕਿੱਥੋਂ ਸ਼ੁਰੂ ਕੀਤਾ ਕਿ ਮੇਰੇ ਘਰ ਦੇ ਵਿੱਚ ਹੀ ਫੰਕਸ਼ਨ ਹੈ, ਰੀਤੀ ਰਿਵਾਜ ਹੈ, ਵੀ ਮੈਨੂੰ ਪਹਿਲਾਂ ਦੱਸੋ ਇਹ ਕਿਉਂ। ਹੁਣ ਜੇ ਸਾਨੂੰ ਮੰਨ ਲਓ ਕੋਈ ਪੁੱਛ ਲੇ ਵੀ ਭੈਣੇ ਤੂੰ ਲਾਲ ਧਾਗਾ ਬੰਨਿਆ, ਤੂੰ ਕਾਲਾ ਬੰਨਿਆ ਹੈ ਨਾ, ਤੂੰ ਆ ਜੋ ਕੁਝ ਵੀ ਆਪਾਂ ਡੰਬਰ ਕਰਦੇ ਆ, ਕੀ ਜਵਾਬ ਦੇਾਂਗੇ? ਅਸੀਂ ਗੁੱਸਾ ਕਰਾਂਗੇ। ਬੱਚਿਆਂ ਨੂੰ ਮੈਂ ਕਹਿੰਦਾ ਤੁਸੀਂ ਪੁੱਛਿਆ ਕਰੋ, ਮਾਵਾਂ ਨੂੰ ਪੁੱਛਿਆ ਕਰੋ ਵੀ ਆਹ ਕੀ ਕਰ ਰਹੇ ਹਾਂ ਅਸੀਂ ਆਪਣੇ ਘਰ 'ਚ। ਬਾਬਾ ਜੀ ਨੇ ਪੁੱਛਿਆ ਇੱਕ ਵਾਰੀ ਤੇ ਹਾਹਾਕਾਰ ਮਚ ਗਈ ਵੀ ਹੈ ਵੀ ਮਹਿਤਾ ਕਲਿਆਣ ਦਾਸ ਦੇ ਬੱਚੇ ਨੇ ਪਾਂਡੇ ਨੂੰ ਪੁੱਛ ਲਿਆ, ਉਹ ਧਾਰਮਿਕ ਮੁਖੀ ਨੂੰ ਪੁੱਛ ਲਿਆ, ਕਹਿਰ ਹੋ ਗਿਆ। ਉਹ ਕਹਿੰਦੇ ਨਹੀਂ, ਗੱਲ ਦਾ ਜਵਾਬ ਦਿਓ ਮਹਾਰਾਜ। ਕਹਿੰਦੇ ਤੇ ਪੰਡਤ ਜੀ ਨੇ ਕਿਹਾ ਜੀ, ਕਹਿੰਦੇ ਕਿ ਨਾਨਕ ਜੀ ਇੱਕ ਰਵਾਇਤ ਹੁੰਦੀ ਹੈ ਧਰਮ 'ਚ ਦਾਖਲ ਹੋਣ ਵਾਸਤੇ, ਤੇ ਜਦੋਂ ਇਹ ਮਰਿਆਦਾ ਨਿਭਾਉਣੀ ਹੈ ਫਿਰ ਤੁਸੀਂ ਧਰਮ 'ਚ ਦਾਖਲ ਹੋਣਾ। ਹੁੰਦੀ ਹੈ ਨਾ, ਜਿਵੇਂ ਇਸਲਾਮ ਵਿੱਚ ਉਹ ਸੁਨਨਤ ਕਰਦੇ ਨੇ, ਕ੍ਰਿਸਚਨ ਬੈਪਟਾਈਜ਼ ਕਰਦੇ ਨੇ, ਇਸੇ ਤਰ੍ਹਾਂ ਕਹਿੰਦੇ ਅਸੀਂ ਤੁਹਾਡੇ ਤੱਗ ਪਾਉਣਾ। ਤੇ ਮਹਾਰਾਜ ਨੇ ਨਹੀਂ ਬੁਰਾ ਕਿਹਾ, ਤੱਗ ਨੂੰ ਨਹੀਂ ਬੁਰਾ ਕਿਹਾ ਜੀ। ਗੁਰੂ ਸਾਹਿਬ ਨੇ ਕਿਹਾ ਬਹੁਤ ਚੰਗੀ ਚੀਜ਼ ਹੈ, ਜੇ ਇਹ ਪਹਿਨਣ ਦੇ ਨਾਲ ਬੰਦਾ ਧਰਮੀ ਹੋ ਜਾਂਦਾ ਹੈ ਤੇ ਪਾਂਦਾ ਜੀ ਛੇਤੀ ਕਰੋ, ਸਾਰੀ ਦੁਨੀਆ ਦੇ ਪਾਓ, ਮੈਂ ਚਾਹੁੰਦਾ ਸਾਰੀ ਦੁਨੀਆ ਧਰਮੀ ਹੋ ਜਾਏ। ਤੇ ਕਹਿੰਦੇ ਆ ਮੇਰਾ ਦੋਸਤ ਬੈਠਾ, ਇਹਦੇ ਤੋਂ ਸ਼ੁਰੂਆਤ ਕਰੋ। ਬਾਬਾ ਜੀ ਦਾ ਦੋਸਤ ਕੌਣ ਸੀ ਜੀ? ਬਾਬਾ ਜੀ ਦਾ ਭਾਈ। ਚੇਤੇ ਆਇਆ? ਕੌਣ ਸੀ ਬਾਬਾ ਜੀ ਦਾ ਭਾਈ? ਨਹੀਂ ਪਤਾ? ਭਾਈ ਮਰਦਾਨਾ, ਨਾ ਭੁੱਲਿਓ। ਉਹ ਗੁਰੂ ਨਾਨਕ ਦੇ ਅੰਦਰ ਸਮਾਇਆ ਹੋਇਆ ਤੇ ਗੁਰੂ ਨਾਨਕ ਉਹਦੇ ਅੰਦਰ ਸਮਾਇਆ ਹੋਇਆ, ਵੱਖ ਨਹੀਂ ਹਨ। ਉਹ ਬਹੁਤ ਪਿਆਰ ਦੀ ਰੱਤੀ ਹੋਈ ਰੂਹ ਹੈ, ਜ਼ਿੰਦਗੀ ਗੁਰੂ ਨਾਨਕ ਨੂੰ ਸਮਰਪਿਤ ਕਰਨ ਵਾਲਾ। ਮਾਰੇ ਕਹਿੰਦੇ ਤੇ ਹੁਣ ਉਹ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਗੁਰੂ ਨਾਨਕ ਦਾ ਭਾਈ ਹੈ, ਉਹਦੇ ਅੰਦਰ ਗੁਰੂ ਨਾਨਕ ਰੱਬ ਦੀ ਜੋਤ ਵੇਖ ਰਹੇ ਨੇ। ਪਰ ਪਾਂਦਾ ਕੀ ਵੇਖ ਰਿਹਾ ਸੀ? ਉਹਦੇ ਅੰਦਰ ਡੂਮ ਵੇਖ ਰਿਹਾ ਸੀ, ਡੂਮ, ਮਰਾਸੀ।
ਕਹਿੰਦਾ ਨਾ ਨਾ, ਇਹ ਤੇ ਸ਼ੂਦਰ ਹੈ, ਨੀਚ ਜਾਤ ਦਾ, ਇਹ ਥੋੜੀ ਪਾ ਸਕਦਾ। ਨੀਚ ਜਾਤ ਵਾਲੇ ਮਤਲਬ ਧਰਮ 'ਚ ਦਾਖਲ ਨਹੀਂ ਹੋ ਸਕਦੇ। ਅਰਥ ਇਹ ਹੋਇਆ ਨਾ ਵੀ ਇਹਨਾਂ ਦੀ ਜਾਤ ਨੀਵੀਂ ਆ। ਜਿਨ੍ਹਾਂ ਦੀ ਜਾਤ ਉੱਚੀ ਆ ਉਹ ਹੋ ਸਕਦੇ ਆ। ਤੇ ਮੇਰੀਓ ਭੈਣੋ, ਤੁਸੀਂ ਧਿਆਨ ਦਿਓ। ਬਾਬਾ ਜੀ ਕਹਿੰਦੇ ਚਲੋ ਠੀਕ ਹੈ, ਬਹਿਸ ਨਹੀਂ ਕੀਤੀ। ਕਹਿੰਦੇ ਚਲੋ ਠੀਕ ਹੈ, ਮੇਰੀ ਭੈਣ ਹੈ ਵੱਡੀ, ਪਹਿਲਾਂ ਉਹਨੂੰ ਧਰਮ 'ਚ ਦਾਖਲ ਕਰ ਦਿਓ। ਤੇ ਪਾਂਦਾ ਹਰਦਿਆਲ ਕਹਿੰਦਾ ਇਸਤਰੀ ਵੀ ਨੀਚ ਹੁੰਦੀ ਹੈ, ਉਹ ਧਰਮ ਦੇ ਚਿੰਨ੍ਹ ਨਹੀਂ ਪਾ ਸਕਦੀ, ਧਰਮ 'ਚ ਦਾਖਲ ਨਹੀਂ ਹੋ ਸਕਦੀ। ਭੈਣੋ, ਤੁਹਾਨੂੰ ਮਿਲਦੇ ਨੇ ਨਾ ਪੰਜੇ ਕਕਾਰ, ਇਹ ਗੁਰੂ ਨਾਨਕ ਨੇ ਬੀਜ ਬੀਜਿਆ ਸੀ ਤੇ 10ਵੇਂ ਸਰੂਪ 'ਚ ਸਾਨੂੰ ਇਹ ਫਲ ਮਿਲਿਆ। ਉਹੀ 5 ਕਕਾਰ ਪੁਰਖਾਂ ਦੇ, ਉਹੀ 5 ਕਕਾਰ ਬੀਬੀਆਂ ਦੇ, ਉਹੀ ਖੰਡੇ ਦੀ ਪੋਹਲ ਦੋਨਾਂ ਨੂੰ, ਉਹੀ ਨਿਤਨੇਮ, ਉਹੀ ਰਹਿਤ। ਕੋਈ ਫਰਕ ਹੈ? ਤੇ ਗੁਰੂ ਨਾਨਕ ਦਾ ਉਹ ਬਚਨ ਸਾਰੀ ਲੁਕਾਈ ਵਾਸਤੇ ਸੂਰਜ ਬਣ ਗਿਆ, ਸਾਰੀ ਲੁਕਾਈ ਵਾਸਤੇ। ਜਦੋਂ ਬਾਬੇ ਨੇ ਯੁੱਗ ਪਲਟਣ ਵਾਲਾ ਬਚਨ ਕਿਹਾ ਕਿ ਤੁਸੀਂ ਕਹਿੰਦੇ ਹੋ ਇਹ ਨੀਚ ਹੈ, ਤੇ ਮੈਂ ਕਹਿੰਦਾ ਇਹ ਰਾਜਿਆਂ ਭਗਤਾਂ ਨੂੰ ਜਨਮ ਦੇਣ ਵਾਲੀ ਹੈ, ਇਹਦਾ ਸਤਿਕਾਰ ਕਰਨਾ। ਬੋਲਿਆ ਨਾ ਬਚਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਆ ਜਿਹੜੇ ਚੌਂਕੜੇ ਵੱਜੇ ਨਾ ਤੁਹਾਡੇ, ਤਾਂ ਵੱਜੇ ਆ। ਗੁਰੂ ਨਾਨਕ ਨੇ ਤੁਹਾਨੂੰ ਹੱਕ ਦਿੱਤਾ ਸੀ ਤਾਂ। ਜਾਤਾਂ ਦੇ ਭੇਦ ਮਿਟਾਏ, ਇਸਤਰੀ ਪੁਰਖਾਂ ਦੇ ਭੇਦ ਮਿਟਾਏ। ਬਾਬਾ ਜੀ ਕਹਿੰਦੇ ਨਹੀਂ, ਮੈਨੂੰ ਵੰਡੀਆਂ ਵਾਲਾ ਧਰਮ ਨਹੀਂ ਚਾਹੀਦਾ। ਕਿਹੜਾ ਚਾਹੀਦਾ? ਕਹਿੰਦੇ ਗੁਣਾਂ ਵਾਲਾ, ਜਿਹਨੂੰ ਸਾਰੇ ਧਾਰਨ ਕਰ ਸਕਣ। ਕਹਿੰਦੇ ਆਓ ਜੰਜੂ ਪਾਈਏ। ਮੈਂ ਵਟਦਾ ਦਇਆ, ਸੰਤੋਖ, ਜਤ ਮਤਲਬ ਕਰੈਕਟਰ, ਤੇ ਸਤ। ਦਇਆ ਕਪਾ, ਸੰਤੋਖ ਸੂਤ, ਜਤ ਗੰਢੀ, ਸਤ ਵਟ, ਇਹ ਜਨਿਆਓ ਜੀਏ ਕਾ ਹੈ ਤਾਂ ਪਾਂਡੇ ਘੱਟ ਨਾ ਇਹ ਟੁੱਟਾ। ਹੁਣ ਆਹ ਹੈ ਲੌਜਿਕ। ਮੈਂ ਪ੍ਰਮਾਣ ਨਾ ਬਹੁਤੇ ਦਿਆਂ, ਤੁਹਾਨੂੰ ਯਾਦ ਆ ਸਾਰਾ ਕੁਝ। ਕੀ ਕਹਿੰਦੇ? ਖੇਡ ਖੇਡ ਰਹੇ, ਚੌਕੜ ਮੋਲਣ ਆਇਆ, ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਸਰੀਰ ਉੱਤੇ ਤੇ ਚਿੰਨ ਪਾ ਰਿਹਾ, ਕਹਿੰਦਾ ਮੈਂ ਧਾਰਮਿਕ ਬਣ ਗਿਆ। ਮੈਂ ਵੀ ਸ਼ਾਮਲ ਹੋ ਗਿਆ ਵਿੱਚ ਹੀ, ਕੜਾ ਪਾ ਲਿਆ, ਕਿਰਪਾਨ ਪਾ ਲਈ, ਤੇ ਮੈਂ ਕਿਹਾ ਮੈਂ ਧਾਰਮਿਕ ਬਣ ਗਿਆ। ਜਿੱਦਾਂ ਉਹਨੇ ਕਿਹਾ ਜੰਜੂ ਪਾ ਲਿਆ, ਧਾਰਮਿਕ ਬਣ ਗਿਆ। ਮਹਾਰਾਜ ਕਹਿੰਦੇ ਕੋਈ ਸੰਜਮ ਆਇਆ ਜ਼ਿੰਦਗੀ 'ਚ, ਕੋਈ ਬਦਲਾਅ ਆਇਆ? ਤੇਰੀ ਤੱਕਣੀ ਬਦਲੀ, ਤੇਰੀ ਜੀਭ ਦੇ ਬੋਲ ਬਦਲੇ, ਤੇਰੇ ਹੱਥਾਂ ਦੀ ਕਮਾਈ ਕਰਨ ਦਾ ਢੰਗ ਬਦਲਿਆ, ਤੇਰੇ ਪੈਰਾਂ ਦਾ ਚੱਲਣਾ ਬਦਲਿਆ ਵੀ ਮੈਂ ਬੁਰੇ ਪਾਸੇ ਨਹੀਂ ਜਾਣਾ, ਮੈਂ ਬੁਰਾ ਨਹੀਂ ਕਮਾਉਣਾ, ਮੈਂ ਬੁਰਾ ਨਹੀਂ ਤੱਕਣਾ। ਧਰਮੀ ਤੇ ਉਦਣ ਬਣੇਗਾ ਜਿੱਦਣ ਤੇਰੇ ਇਹ ਇੰਦਰੇ ਕਰਮ ਕਰਨਾ ਬਦਲਣਗੇ। ਸਰੀਰ ਨੂੰ ਤੇ ਸਾਰੇ ਸ਼ਿੰਗਾਰ ਲੈਣਗੇ। ਤਾਂ ਕਿਹਾ ਸੀ ਤੱਗ ਪਾਉਣ ਵਾਲਿਆ, ਜਿਸਮ ਤੇ ਪਾ ਰਹੇ ਆ ਤੱਗ ਨਾ ਇੰਦਰੀ, ਤੱਗ ਨਾ ਨਾੜੀ, ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜਿਹਬਾ, ਤੱਗ ਨਾ ਅੱਖੀ, ਵੇ ਤੱਗਾ ਆਪੇ ਬੱਤਾ ਬੱਟ ਧਾਗੇ ਅਵਰੈ ਕੱਤੈ। ਜੀਵ ਸੰਜਮ ਵਿੱਚ ਨਹੀਂ ਹੈ, ਅੱਖਾਂ ਕੰਟਰੋਲ ਵਿੱਚ ਨਹੀਂ ਆ, ਉਹੀ ਮਲੀਨ ਸੋਚ ਹੈ, ਉਹੀ ਮਾੜੀ ਤੱਕਣੀ ਆ, ਉਹੀ ਮੰਦਾ ਬੋਲ ਰਿਹਾ, ਝੂਠ ਫਰੇਬ ਕੱਖ ਨਹੀਂ ਛੱਡ ਰਿਹਾ। ਫਿਰ ਕਾਹਦਾ ਧਰਮੀ ਹੋਇਆ ਜੀ? ਹੁਣ ਗੁਰੂ ਨਾਨਕ ਦਾ ਧਰਮ ਕਿੱਥੋਂ ਸ਼ੁਰੂ ਹੁੰਦਾ? ਜਿੱਥੋਂ ਜ਼ਿੰਦਗੀ ਬਦਲਦੀ ਹੈ। ਤੇ ਜੇ 50-50 ਸਾਲ ਕਥਾ ਕਰਕੇ ਬਦਲਾ ਰੰਚਕ ਮਾਤਰ ਨਾ ਆਇਆ, ਨਾ ਕਰਨ ਵਾਲੇ ਦੇ ਤੇ ਨਾ ਸੁਣਨ ਵਾਲੇ ਦੇ, ਤੇ ਅਜੇ ਗੁਰੂ ਨਾਨਕ ਦੇ ਸਿੱਖ ਨਹੀਂ ਬਣੇ ਜੀ। ਬਦਲਾਅ ਆਉਣਾ ਹੀ ਗੁਰੂ ਨਾਨਕ ਦੀ ਸਿੱਖੀ ਹੈ। ਜੇ ਬਦਲਾਅ ਨਹੀਂ ਆਇਆ ਤੇ ਸਮਝ ਲਓ, ਜਿਹੜੀ ਮੈਂ ਕਿਹਾ ਸੀ ਸਵੈ ਪੜਚੋਲ ਕਰਨੀ ਹੈ, ਫਿਰ ਮੈਂ ਅਜੇ ਗੁਰੂ ਨਾਨਕ ਦਾ ਸਿੱਖ ਨਹੀਂ ਬਣਿਆ, ਜੇ ਮੇਰੀ ਤੱਕਣੀ ਨਹੀਂ ਬਦਲ ਰਹੀ। ਹੁਣ ਗੁਰੂ ਨਾਨਕ ਬੰਦਿਆਂ ਦੇ ਕੱਪੜੇ ਨਹੀਂ ਬਦਲਦੇ, ਭੇਸ ਨਹੀਂ ਬਦਲਦੇ, ਸੰਸਾਰ ਵੀ ਨਹੀਂ ਬਦਲਦੇ, ਸੰਸਾਰ ਤੱਕਣ ਦਾ ਨਜ਼ਰੀਆ ਬਦਲਦੇ ਆ, ਤਾਂ ਕਿ ਤੁਹਾਨੂੰ ਸੰਸਾਰ ਵਿੱਚੋਂ ਰੱਬ ਨਜ਼ਰ ਆਵੇ। ਉਹ ਕਹਿੰਦੇ ਕਾਹਦਾ ਧਰਮ? ਜਿਸ ਬੰਦੇ ਦੇ ਅੰਦਰ ਕਰੁਣਾ ਹੀ ਨਹੀਂ, ਇਨਸਾਨ ਨਾਲ ਨਫ਼ਰਤ ਕਰਦਾ, ਬੰਦਿਆਂ ਨੂੰ ਤੇ ਧੱਕੇ ਮਾਰ ਕੇ ਤੂੰ ਧਰਮ ਮੰਦਰ ਚੋਂ ਬਾਹਰ ਕੱਢਦਾ। ਅੱਜ ਲਾਗੂ ਹੋ ਗਿਆ ਸਭ ਕੁਝ। ਇੱਥੇ ਤੇ ਮੜੀਆਂ ਤੱਕ ਵੰਡੀਆਂ ਹੋਈਆਂ ਵੀ ਉੱਚੀ ਜਾਤ ਵਾਲਿਆਂ ਦੀਆਂ ਮੜੀਆਂ ਤੇ ਨੀਵੀਂ ਜਾਤ ਵਾਲਿਆਂ ਦੀਆਂ ਮੜੀਆਂ। ਚੇਂਜ ਆਈ ਕੋਈ ਜੀ? ਇਹ ਉੱਚੀ ਜਾਤ ਵਾਲਿਆਂ ਦਾ ਗੁਰਦੁਆਰਾ ਹੈ, ਨੀਵੀਂ ਜਾਤ ਵਾਲਿਆਂ ਦਾ ਗੁਰਦੁਆਰਾ। ਅਸੀਂ ਤੇ ਗੁਰੂ ਨਾਨਕ ਦੀ ਸੋਚ ਦੇ ਵੀ ਟੁਕੜੇ ਕਰ ਲਏ। ਤੁਹਾਨੂੰ ਪਤਾ ਇੱਧਰ ਇੱਕ ਡੇਰਾ ਆ, ਉਹ ਬਾਬੇ ਨੇ ਲਿਖ ਕੇ ਲਾਇਆ ਹੋਇਆ, ਮਹਾਂਪੁਰਖਾਂ ਦੀ ਮਰਿਆਦਾ ਅਨੁਸਾਰ
ਉੱਚੀ ਜਾਤ ਵਾਲਿਆਂ ਦੇ ਭਾਂਡੇ, ਪਤਾ ਨਹੀਂ ਜਾਂ ਜੱਟਾਂ ਦੇ ਭਾਂਡੇ, ਕੁਛ ਏਦਾਂ ਲਿਖਿਆ ਹੋਇਆ। ਲੱਖ ਲਾਹਨਤ ਐਸੇ ਬੰਦਿਆਂ ਦੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਸਿਧਾਂਤ ਦਾ ਕਤਲ ਕੀਤਾ ਜੀ। ਗੁਰੂ ਨਾਨਕ ਦੇ ਅੰਗਾਂ ਦਾ ਨਹੀਂ ਕਤਲ ਕੀਤਾ, ਗੁਰੂ ਨਾਨਕ ਦੇ ਸਿਧਾਂਤ ਦਾ ਕਤਲ ਕੀਤਾ। ਤੇ ਉਹਦੇ ਤੋਂ ਵੱਡੇ ਮਹਾ ਪਾਪੀ ਅਸੀਂ, ਜਿਹੜੇ ਟੁਕੜਿਆਂ ਖਾਤਰ ਕਈ ਵਾਰੀ ਪੈਰਾਂ 'ਚ ਵੀ ਜਾ ਕੇ ਬਹਿ ਜਾਂਦੇ ਆ ਕਿ ਲਿਫਾਫਾ ਜੇ ਮਿਲਣਾ ਸਾਨੂੰ। ਸਾਡੀ ਜੀਭ ਸੀਤੀ ਗਈ, ਸਾਡੀਆਂ ਅੱਖਾਂ ਸਾਹਮਣੇ ਗੁਰੂ ਨਾਨਕ ਦਾ ਸਿਧਾਂਤ ਕਤਲ ਹੋਇਆ। ਗੁਰੂ ਨਾਨਕ ਦੀ ਸਿੱਖ ਉਦਣ ਬਣਾਂਗੇ ਜਿੱਦਣ ਸਾਡੀ ਸੋਚ 'ਚੋਂ ਵੰਡੀਆਂ ਨਿਕਲ ਗਈਆਂ। ਗੁਰੂ ਨਾਨਕ ਵੀ ਧੜੇ ਨਾਲ ਖੜਦੇ ਆ, ਯਾਦ ਰੱਖਿਓ। ਪਰ ਗੁਰੂ ਨਾਨਕ ਦਾ ਧੜਾ ਕਿਹੜਾ? ਨਾਨਕ ਤਿਨ ਕੈ ਸੰਗ ਸਾਥ। ਕਿਹਾ ਸੀ ਨਾ ਜੀ, ਐਲਾਨੀਆਂ ਤੌਰ ਤੇ ਕਿਹਾ ਸੀ। ਇੱਕ ਪਾਸੇ ਵਕਤ ਦੇ ਮਲਕ ਭਾਗੋ, ਮਲਕ ਭਾਗੋ ਇੱਕ ਬੰਦਾ ਨਹੀਂ, ਇੱਕ ਸੋਚ ਹੈ। ਤੇ ਗੁਰੂ ਨਾਨਕ ਮਲਕ ਭਾਗੋਆਂ ਵਾਲੀ ਸੋਚ ਨੂੰ ਠੁਕਰਾਉਂਦੇ ਨੇ। ਭਾਵੇਂ ਉੱਥੇ ਸੁੱਖ ਬਹੁਤੇ ਨੇ, ਭਾਵੇਂ ਉੱਥੇ ਭੋਜਨ ਬਹੁਤਾ ਵਧੀਆ ਹੈ, ਭਾਵੇਂ ਸੁਵਿਧਾ ਬਹੁਤੀ ਹੈ ਉੱਥੇ, ਤੇ ਗੁਰੂ ਨਾਨਕ ਕਹਿੰਦੇ ਮੈਨੂੰ ਕੀ ਚੰਗਾ ਲੱਗਦਾ? ਜਿਨ੍ਹਾਂ ਨੂੰ ਤੁਸੀਂ ਧੱਕ ਕੇ ਪਿੱਛੇ ਕੀਤਾ ਹੋਇਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਉਹ ਕਹਿੰਦੇ ਮੈਂ ਲਾਲੋ ਦੇ ਘਰ ਧਰਤੀ ਤੇ ਬੈਠ ਕੇ ਆਕੜੀ ਹੋਈ ਸੁੱਕੀ ਕੋਧਰੇ ਦੀ ਰੋਟੀ ਟੱਕੀ ਵੱਢ ਕੇ ਖਾ ਲਵਾਂਗਾ, ਪਰ ਮੈਂ ਮਲਕ ਭਾਗੋਆਂ ਦਾ ਯਾਰ ਨਹੀਂ ਬਣਦਾ। ਤੁਸੀਂ ਦੱਸੋ ਅੱਜ ਕਾਬਜ ਕੌਣ ਜੀ ਗੁਰੂ ਨਾਨਕ ਦੀ ਸੋਚ ਤੇ? ਲਾਲੋ ਕਿ ਮਲਕ ਭਾਗੋ? ਭੈਣੋ, ਮੇਰਾ ਸਮਾਂ ਮੁੱਕ ਗਿਆ। ਸਾਰੀ ਬਾਣੀ ਗੁਰੂ ਨਾਨਕ ਹੈ, ਸਾਰੀ ਬਾਣੀ। ਪਰ ਸ਼ੁਰੂਆਤ ਆਸਾ ਜੀ ਕੀ ਵਾਰ ਤੋਂ ਕਰ ਲੋ, ਪਖੰਡੀਆਂ ਤੋਂ ਬਚ ਜਾਓਗੇ ਤੁਸੀਂ। ਜਦੋਂ ਤੁਹਾਨੂੰ ਸਮਝ ਆ ਗਈ ਨਾ, ਜੇਕਰ ਸੂਤਕ ਮੰਨੀਆਂ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਆਨ ਕੇ, ਲੌਜਿਕ ਹੈ। ਬੜੇ ਗਿਆਨ ਦੀ ਸਤਹ ਉੱਤੇ ਇਹ ਬਚਨ ਨੇ। ਇਹਨੂੰ ਤਰਕ ਕਹਿ ਕੇ ਭੰਡ ਨਾ ਦਿਓ ਕਿਤੇ। ਜੇਤੇ ਦਾਣੇ ਆਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਕਿਹੜੇ ਸੂਤਕ ਦੀ ਗੱਲ ਕਰਨੀ ਹੈ? ਕਹਿੰਦੇ ਜੇ ਬਚਣਾ ਹੀ ਹੈ ਨਾ ਤੇ ਇਸ ਸੂਤਕ ਤੋਂ ਬਚੋ। ਮਨ ਕਾ ਸੂਤਕ ਲੋਭ ਹੈ, ਜੇਬਾ ਸੂਤਕ ਕੂੜ ਨੂੰ ਛੱਡੋ, ਲੋਭ ਨੂੰ ਛੱਡੋ। ਅੱਖੀ ਸੂਤਕ ਵੇਖਣਾ ਪਰ ਤਰਿਆ, ਪਰ ਧਨ ਰੂਪ। ਇਹ ਮੈਲ ਖਤਮ ਕਰੋ ਅੱਖਾਂ ਦੀ, ਜੇ ਸੂਤਕ ਇਹੀ ਬਚਣਾ ਹੀ ਹੈ ਤੇ। ਕੰਨੀ ਸੂਤਕ ਕੰਨ ਪੈ ਲਾਏ, ਤਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧਾ ਜੰਮਪੁਰ ਜਾਏ। ਗੁਰੂ ਨਾਨਕ ਤੇ ਗਿਆਨ ਦਾ ਹੜ ਹੈ, ਗਿਆਨ ਦਾ ਕਰੋੜਾਂ ਸੂਰਜਾਂ ਤੋਂ ਵੱਡਾ ਪ੍ਰਕਾਸ਼ ਹੈ। ਤੇ ਜੇ ਤੇ ਚਾਨਣ ਹੋ ਗਿਆ ਜ਼ਿੰਦਗੀ 'ਚ, ਸਮਝ ਲਓ ਅਸੀਂ ਸਿੱਖ ਬਣ ਗਏ ਆ। ਤੇ ਜੇ ਨਹੀਂ ਹੋਇਆ ਤੇ ਸਮਝ ਲਓ ਅਸੀਂ ਵੀ ਉਹ ਜੋਗੀਆਂ ਸੰਨਿਆਸੀਆਂ ਵਾਂਗ ਕੱਪੜੇ ਹੀ ਬਦਲੇ ਨੇ, ਸਿੱਖ ਨਹੀਂ ਬਣੇ। ਮਹਾਰਾਜ ਸਮੱਤ ਦੇਣ, ਤੁਸੀਂ ਸ਼ਰਧਾ ਨਾਲ ਲੱਗੇ ਹੋ, ਤੁਹਾਡੀ ਕਿਰਤ ਸਫਲੀ ਹੋਵੇ, ਤੁਹਾਡਾ ਬੈਠਿਆ ਸਫਲਾ ਹੋਵੇ। ਪਰ ਮੈਂ ਅਰਦਾਸ ਕਰਦਾ ਗੁਰੂ ਨਾਨਕ ਦੀ ਮੱਤ ਸਾਰਿਆਂ ਦੇ ਘਰਾਂ 'ਚ ਆ ਜੇ, ਸਾਰਿਆਂ ਨੂੰ ਪਿਆਰ, ਏਕਤਾ, ਭਰਮ ਤੋਂ ਮੁਕਤ ਜੀਵਨ ਨਸੀਬ ਹੋਵੇ। ਕਿੰਨੀ ਸ਼ਾਂਤੀ ਹੋਏਗੀ ਸਾਡੇ 'ਚ, ਕਿੰਨੇ ਵਿਤਕਰੇ ਮਿਟਣਗੇ ਜੀ। ਤਾਂ ਤੁਹਾਨੂੰ ਬਹੁਤ ਮੁਬਾਰਕ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ। ਇੱਕ ਬੇਨਤੀ ਕਰਕੇ ਮੈਂ ਫਤਿਹ ਬੁਲਾਉਂਦਾ ਜੀ ਕਿ ਕੱਲ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਦਿਹਾੜਾ, ਜਨਮ ਦਿਹਾੜਾ ਜੀ। ਤੇ 14 ਦਸੰਬਰ ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ। ਕੱਲ ਨੂੰ ਮੇਰੀ ਬੇਨਤੀ ਹੈ, ਜਿਹੜੇ ਕੋਈ ਦੂਰ ਨਹੀਂ ਹੈ, ਤੁਸੀਂ, ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਤੇ ਨਹੀਂ, ਮੇਰੀ ਬੇਨਤੀ ਹੈ, ਵਿਸ਼ੇ ਦੀ ਵੀ ਇੱਕ ਸੰਪੂਰਨਤਾ ਹੁੰਦੀ ਹੈ। ਜਦੋਂ ਬੰਦਾ ਵਿਸ਼ਾ ਕਲੋਜ਼ ਕਰ ਲੈਂਦਾ ਨਾ, ਉਹਨੂੰ ਆਪ ਨਹੀਂ ਰਸ ਹੁੰਦਾ। ਮੈਂ ਬੇਨਤੀ ਕਰ ਲਵਾਂ ਤੁਹਾਨੂੰ, ਇਹਨੂੰ ਨੋਟ ਕਰਿਓ ਜੀ ਤਰੀਕਾ। ਮੇਰੀ ਬੇਨਤੀ ਸ਼ਕਤੀ ਕਲੱਬ ਸਾਰੇ ਤੁਹਾਨੂੰ ਗੁਰਮੁਖਾਂ ਨੂੰ ਕਿ ਕੱਲ ਨੂੰ ਯਤਨ ਕਰੋ, ਜੇ ਆ ਸਕਦੇ ਹੋ, ਤੇ ਬਾਬਾ ਜੀ ਦਾ ਜਨਮ ਦਿਹਾੜਾ ਸ਼ਾਮੀ ਰਹਿਰਾ ਸਾਹਿਬ ਤੋਂ ਬਾਅਦ 3 ਕੁ ਘੰਟੇ ਦੇ ਦੀਵਾਨ ਸੱਜਣੇ ਆ। ਵਿਦਵਾਨ ਕਥਾਵਾਚਕ ਤੇ ਕੌਮ ਦੇ ਕੀਰਤਨੀਏ ਆਉਣਗੇ। ਤੇ 14 ਤਰੀਕ ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ। ਵੇਖੋ, ਇਹ ਧਰਤੀ ਉਹਨਾਂ ਦੀ ਕਮਾਈ ਸਦਕਾ ਵਸ ਰਹੀ ਹੈ, ਅਸੀਂ ਕਰਜ਼ਦਾਰ ਆ ਉਹਨਾਂ ਦੇ। ਫਿਰ ਉਸ ਤੋਂ ਅੱਗੇ ਤੁਹਾਨੂੰ ਪਤਾ ਹੈ, ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦਾ ਦਿਹਾੜਾ 6 ਪੋਹ ਦੀ ਰਾਤ, 20 ਦਸੰਬਰ ਹੈ ਇਸ ਵਾਰੀ। ਤੇ ਜਿਹੜਾ ਸਫਰੇ ਸ਼ਹਾਦਤ ਹੈ, ਕਿਉਂਕਿ 7 ਪੋਹ ਨੂੰ ਸਵੇਰੇ ਤੇ ਇਕੱਠੇ ਸੀ ਪਰਿਵਾਰ ਸਾਰਾ, ਤੇ ਸ਼ਾਮ ਨੂੰ ਕਲਗੀਧਰ ਪਾਤਸ਼ਾਹ ਜੀ ਚਮਕੌਰ ਸਾਹਿਬ ਵੱਡੇ ਲਾਲਾਂ ਸਮੇਤ, ਤੇ ਮਾਂ ਗੁਜਰੀ ਜੀ ਛੋਟੇ ਲਾਲਾਂ ਸਮੇਤ 7 ਪੋਹ ਦੀ ਰਾਤ ਨੂੰ ਬਾਬਾ ਕੁੰਮੇ ਮਾਸ਼ਕੀ ਦੀ ਸ਼ਾਨ।
21 ਜਿਹੜਾ ਦਸੰਬਰ ਦੀ ਤਰੀਕ ਹੈ, ਉੱਥੋਂ ਹੀ ਗੰਗੂ ਮਿਲਦਾ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈਣ ਦਾ ਸਿਹੜੀ 22 ਦਸੰਬਰ। ਉਹ ਦੂਜਾ ਪੜਾਅ ਸਫ਼ਰ ਸ਼ਹਾਦਤ ਦਾ, ਸ਼ਹੀਦੀ ਤੱਕ ਦਾ ਸਫ਼ਰ, ਤਾਂ ਕਰਕੇ ਸਫ਼ਰ ਸ਼ਹਾਦਤ ਨਾ। ਉਹੀ ਰਾਤ ਉਸੇ ਜਗ੍ਹਾ ਦੇ ਉੱਤੇ ਇੱਕ ਫੀਲਿੰਗ ਹੈ ਕਿ ਅਸੀਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਚੱਲ ਰਹੇ। ਤੇ ਫਿਰ ਸਿਹੜੀ ਤੋਂ ਗੰਗੂ ਕੈਦ ਕਰਵਾਉਂਦਾ ਮਰਿੰਡੇ ਕੋਤਵਾਲੀ 'ਚ, ਉਹ 23 ਦਸੰਬਰ ਹੈ ਜੀ, ਨੋਟ ਕਰ ਲੈਣਾ। 21 ਕੁੰਮਾ ਮਾਸ਼ਕੀ ਦੀ ਸ਼ਨ ਸਰਸੇ, 22 ਸਿਹੜੀ, 23 ਨੂੰ ਕੋਤਵਾਲੀ ਸਾਹਿਬ, ਤੇ ਉੱਥੋਂ ਫਿਰ ਕੈਦੀ ਬਣਾ ਕੇ ਠੰਡੇ ਬੁਰਜ ਵਿੱਚ ਕੈਦ। ਉਹ 24 ਦਸੰਬਰ ਠੰਡੇ ਬੁਰਜ ਦੀ ਸਰਦਲ ਤੇ ਬੈਠ ਕੇ ਇੱਕ ਅਹਿਸਾਸ, ਇੱਕ ਪ੍ਰੀਤ, ਧੰਨ ਮਾਂ ਗੁਜਰੀ ਜੀ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀਆਂ ਬਾਤਾਂ ਉਸ ਠੰਡੇ ਬੁਰਜ ਵਿੱਚੋਂ ਸੁਣਨ ਦਾ ਯਤਨ ਕਰਾਂਗੇ। ਤੁਹਾਨੂੰ ਬੇਨਤੀ, ਫਿਰ ਉੱਥੋਂ 10 ਪੋਹ 24 ਦਸੰਬਰ ਨੂੰ ਉੱਥੇ, ਤੇ ਫਿਰ ਸਭਾ ਲੱਗੀ ਹੈ ਨਾ ਜੀ, 11 ਪੋਹ ਦੀ ਤੇ 12 ਪੋਹ ਦੀ ਤੇ 13 ਪੋਹ ਨੂੰ ਸ਼ਹੀਦੀ। ਜਿਹੜਾ ਸ਼ਹੀਦੀ ਦਿਹਾੜਾ ਉਹ 27 ਦਸੰਬਰ ਦਾ। ਸੋ ਸਫ਼ਰੇ ਸ਼ਹਾਦਤ ਦੀਆਂ ਤਰੀਕਾਂ 21, 22, 23, 24 ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਜਾਂ ਘਰਾਂ 'ਚ ਟੈਲੀਵਿਜ਼ਨ ਦੇ ਉੱਤੇ ਆਪ ਜੀ ਨੇ ਲਾਹੇ ਲੈਣੇ। PTC ਸਿਮਰਨ, PTC ਨਿਊਜ਼, ਚੜ੍ਹਦੀ ਕਲਾ ਟਾਈਮ TV, ਹੋਰ ਦਰਜਨਾਂ ਚੈਨਲ ਨੇ, ਆਪ ਜੀ ਨੇ ਜ਼ਰੂਰ ਲਾਹੇ ਲੈਣੇ ਜੀ। ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਦਿਨਾਂ 'ਚ ਬਾਣੀ ਪੜ੍ਹੋ, ਆਪਣੇ ਬੱਚਿਆਂ ਨੂੰ ਦੱਸੋ। ਇੱਕ ਅਹਿਸਾਸ ਹੀ ਹੈ ਨਾ ਜੀ ਵੀ ਅਸੀਂ ਉਹਨਾਂ ਦੀ ਕਮਾਈ ਸਦਕਾ ਸੁੱਖ ਭੋਗ ਰਹੇ ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ। ਜਿੰਨੀ ਇਕਾਗਰਤਾ ਨਾਲ ਤੁਸੀਂ ਬੈਠੇ ਹੋ, ਗੁਰੂ ਕਰੇ ਗੁਰੂ ਦੀ ਮੱਤ ਲੈ ਕੇ ਜਾਇਓ। ਭੈਣੋ, ਮੈਂ ਤੁਹਾਨੂੰ ਖਾਸ ਕਰਕੇ ਬੇਨਤੀ ਕਰਦਾ, ਆਪਣੇ ਘਰਾਂ 'ਚੋਂ ਭਰਮ ਕੱਢੋ। ਗੁਰੂ ਨਾਨਕ ਦਾ ਜਿਹੜਾ ਪ੍ਰਕਾਸ਼ ਹੈ ਨਾ, ਉਹ ਭਰਮ ਦੇ ਹਨੇਰੇ ਨੂੰ ਸਮੇਟਣ ਵਾਸਤੇ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵਹਿਮ ਭਰਮ, ਅੰਧ ਵਿਸ਼ਵਾਸ, ਅਗਿਆਨਤਾ, ਇਹ ਗੁਰੂ ਨਾਨਕ ਦੇ ਪਿਆਰਿਆਂ ਦੇ ਘਰਾਂ 'ਚ ਨਹੀਂ ਸ਼ੋਭਾ ਦਿੰਦੀ। ਇਹਦੇ ਤੋਂ ਮੁਕਤ ਹੋਵੋ। ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ। ਭੁੱਲਾਂ ਬਖਸ਼ਦੇ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਨਹੀਂ ਪਹੁੰਚ ਕੇ ਮੈਂ ਕਰਦਾ ਕਵਰ ਕਰ। ਨਹੀਂ ਮੈਂ ਕਰਦਾ, ਬਸ ਤੁਸੀਂ ਹੱਥ ਕਰ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਭਾਈ ਸਾਹਿਬ ਦਾ ਜਿੰਨਾ ਵੀ ਧੰਨਵਾਦ ਕਰ ਸਕੀਏ ਥੋੜਾ ਹੈ। ਹਰ ਇੱਕ ਵਿਅਕਤੀ ਦੀ ਆਪਣੀ ਸਮਝ ਦੇ ਮੁਤਾਬਕ ਮਜਬੂਰੀ ਹੁੰਦੀ ਹੈ, ਕਿਉਂਕਿ ਸ਼ਹੀਦੀ ਜੋੜ ਮੇਲਾ ਆ ਰਿਹਾ ਹੈ ਫਤਿਹਗੜ੍ਹ ਸਾਹਿਬ। ਬਹੁਤ ਵੱਡਾ ਕਾਰਜ ਤੇ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਾਹਿਬ ਨੂੰ ਦਿੱਤੀ ਹੈ ਖਾਲਸਾ ਪੰਥ ਨੇ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਹਨਾਂ ਦੇ ਉੱਤੇ ਕਿ ਸਫ਼ਰੇ ਸ਼ਹਾਦਤ, ਉਹ ਤੁਹਾਨੂੰ ਦੱਸ ਹੀ ਗਏ, ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਢਾਡੀ ਦਲੇਰ ਕੌਰ ਜੀ ਖਾਲਸਾ ਦਾ ਜੱਥਾ ਸਟੇਜ ਤੇ ਪਹੁੰਚ ਚੁੱਕਿਆ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਸਾਰਿਆਂ ਨੇ ਉਹੀ ਬੇਨਤੀ ਯਾਦ ਰੱਖਣੀ ਹੈ, ਇਹਨੇ ਪ੍ਰਸ਼ਾਦਾ ਛਕਣਾ, ਉਹ ਇੱਕ ਇੱਕ ਕਰਕੇ ਜਾਇਆ ਉਹ ਵੈਸੇ ਤਾਂ ਸਾਰੇ ਛਕ ਕੇ ਬੈਠੇ ਹੋਣਗੇ। ਕਿਰਪਾ ਕਰਨੀ, ਚੁੱਪ ਦਾ ਦਾਨ ਔਰ ਸਰੋਤ ਬਣਾ ਕੇ ਰੱਖਣਾ। ਜਥੇ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਦੇਗ ਵਰਤੇਗੀ ਤੇ ਗੁਰੂ ਮਹਾਰਾਜ ਦੇ ਸਰੂਪ